ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਗੁਰਮਤ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਵੀਰਾਂ ਭੈਣਾਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਕਿ ਹਰ ਸੋਮਵਾਰ ਨੂੰ ਇਹ ਸਾਡਾ ਸਵਾਲ ਜਵਾਬ ਦਾ ਸੈਸ਼ਨ ਹੁੰਦਾ ਔਰ ਇਹ ਸਵਾਲ ਜਵਾਬ ਦਾ ਸੈਸ਼ਨ ਦੀ ਸੇਵਾ ਵੀਰ ਰਾਜਾ ਸਿੰਘ ਜੀ ਨਿਭਾਉਂਦੇ ਹਨ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਜਵਾਬ ਪੈਨਲ ਮੈਂਬਰਸ ਦਿੰਦੇ ਹਨ। ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਪੰਥ ਪ੍ਰਵਾਨਿਤ ਰਹਿਨੁਮਾਦਾ ਤੇ ਹੋਰ ਵਿਦਵਾਨਾਂ ਦੀਆਂ ਪੁਸਤਕਾਂ ਨੂੰ ਦੇਖ ਕੇ ਦੇ ਜਵਾਬ ਦਿੱਤੇ ਜਾਂਦੇ ਹਨ। ਮੈਂ ਬੇਨਤੀ ਕਰ ਰਿਹਾ ਹਾਂ ਵੀਰ ਰਾਜਾ ਸਿੰਘ ਜੀ ਨੂੰ ਕਿ ਅੱਜ ਦੇ ਇਸ ਸਵਾਲ ਜਵਾਬ ਦੇ ਸੈਸ਼ਨ ਨੂੰ ਸ਼ੁਰੂ ਕਰਨ ਜੀ। ਵੀਰ ਰਾਜਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ। ਤੋ ਅੱਜ ਦਾ ਜੋ ਸਵਾਲ ਜਵਾਬ ਸੈਸ਼ਨ ਹੈ, ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਜੋ ਪੈਨਲ ਮੈਂਬਰਾਂ ਨੇ ਕਿਰਪਾ ਕਰਕੇ ਸੰਗਤ ਨਾਲ ਸਾਂਝ ਪਾ ਲੈਣਗੇ ਜੀ। ਤੋ ਸਭ ਤੋਂ ਪਹਿਲਾਂ ਬੇਨਤੀ ਕਰਦਾ ਵੀਰ ਤੇਜਿੰਦਰ ਸਿੰਘ ਜੀ ਨੂੰ ਤੇ ਫਤਿਹ ਸਾਂਝੀ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਭੈਣ ਮਨਿੰਦਰ ਕੌਰ ਜੀ ਰੰਗਾਬਾਦ ਤੋਂ, ਉਹ ਵੀ ਅੱਜ ਸ਼ਾਮਲ ਹੋਏ ਨੇ। ਉਹਨਾਂ ਨੂੰ ਬੇਨਤੀ ਹੈ ਸੰਗਤ ਨਾਲ ਫਤਿਹ ਸਾਂਝੀ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕਿੱਕਰ ਸਿੰਘ ਜੀ ਬਠਿੰਡਾ ਤੋਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸਰਦਾਰ MP ਸਿੰਘ ਜੀ ਦਿੱਲੀ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਹਾਂਜੀ, ਸਿਹਤ ਠੀਕ ਹੈ ਜੀ? ਹਾਂ, ਮੇਰੀ ਸਿਹਤ ਤਾਂ ਠੀਕ ਹੈ। ਘਰਦਿਆਂ ਨੇ ਜਰਾ ਵਾਤਾਵਰਨ ਅੱਛਾ ਪਤਾ ਲੱਗਿਆ। ਸਤਿਗੁਰੂ ਕਿਰਪਾ ਕਰਨ। ਸਰ ਜਗੀਰ ਸਿੰਘ ਜੀ ਪਟਿਆਲਾ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਵੀਰ ਹਰਜੀਤ ਸਿੰਘ ਜੀ ਨੇ ਪਹਿਲਾਂ ਸੰਗਤ ਨਾਲ ਸਾਂਝ ਪਾ ਲਈ ਹੈ। ਤੋਂ ਮੈਂ ਹੁਣ ਬੇਨਤੀ ਕਰਾਂ ਕਿ ਅੱਜ ਵੀ ਸਾਡੇ ਕੋਲ ਆਪ ਵੱਲੋਂ ਭੇਜੇ ਕਾਫੀ ਕੁਐਸਚਨ ਜਿਹੜੇ ਨੇ ਉਹ ਆਏ ਨੇ। ਤੋਂ ਪੈਨਲ ਮੈਂਬਰਸ ਨੇ ਆਪੋ ਆਪਣੇ ਹਿਸਾਬ ਦੇ ਨਾਲ ਜਿੰਨਾ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਸਮਾਂ ਕੱਢ ਕੇ ਔਰ ਵਿਚਾਰ ਕੇ ਆਪ ਜੀ ਦੇ ਸਨਮੁਖ ਹੋ ਰਹੇ ਨੇ। ਤੋ ਸਵਾਲ ਜਿਹੜੇ ਨੇ ਵੱਖ-ਵੱਖ ਟਾਪਕਾਂ ਦੇ ਨੇ। ਤੋ ਸਭ ਤੋਂ ਪਹਿਲਾਂ ਇੱਕ ਸਵਾਲ ਹੈ ਜੋ ਪਿੱਛੇ ਗੱਲ ਚੱਲ ਰਹੀ ਸੀ ਪੰਜਾਬੀ ਭਾਸ਼ਾ ਦੀ ਤੇ ਗੁਰਮੁਖੀ ਸਕ੍ਰਿਪਟ ਦੀ। ਉਹਦੇ ਚੋਂ ਇੱਕ ਸਵਾਲ ਹੋਰ ਆਇਆ ਸੀ ਕਿ ਵੀਰ TP ਸਿੰਘ ਜੀ ਵੱਲੋਂ ਪਟਿਆਲੇ ਤੋਂ ਉਹਨਾਂ ਨੇ ਕਿਹਾ ਸੀ ਕਿ ਰਿਗਵੇਦ ਵਿੱਚ ਜਿਹੜੇ ਗਿਣਤੀ ਹੈ, ਜਿਹੜੇ ਨੂਮੈਰੀਕਲਸ ਦੀ, ਵੀ ਉਹ ਪੰਜਾਬੀ ਅੱਖਰ ਜਿਹੜੇ ਨੇ, ਭਾਵ ਜਿਹੜੀ ਪੰਜਾਬੀ ਵਾਲੇ ਨੂਮੈਰੀਕਲਸ ਨੇ ਰਿਗਵੇਦ ਵਿੱਚ ਉਹੀ ਨੇ। ਤੋ ਇਹ ਕੁਐਸਚਨ ਵਾਕਈ ਮੇਰੇ ਲਈ ਤਾਂ ਨਵਾਂ ਸੀ, ਹੋ ਸਕਦਾ ਹੋਰ ਵੀ ਸੰਗਤ ਦੇ ਮੈਂਬਰਾਂ ਲਈ ਨਵਾਂ ਹੋਵੇ। ਤਾਂ ਇਹਦੇ ਲਈ ਫਿਰ ਅਸੀਂ ਬੇਨਤੀ ਕੀਤੀ ਸੀ ਵੀਰ ਤੇਜਿੰਦਰ ਸਿੰਘ ਜੀ ਕਿ ਉਹ ਕਿਰਪਾ ਕਰਕੇ ਇਹਦੇ ਬਾਰੇ ਸਾਨੂੰ ਦੱਸਣ ਕਿ ਇਹ ਕੀ ਹੈ, ਕਿਉਂਕਿ ਇਸ ਸਵਾਲ ਤੋਂ ਇਹ ਜ਼ਰੂਰੀ ਹੈ ਵੀ ਜੇ ਇਹ ਗੱਲਾਂ ਮਿਲਦੀਆਂ ਨੇ ਤੇ ਸਾਨੂੰ, ਆਪਾਂ ਕਿਉਂਕਿ ਪਿਛਲੇ ਸੈਸ਼ਨ 'ਚ ਡਿਸਕਸ ਕਰ ਰਹੇ ਸਾਂ ਕਿ ਸਾਡੀ ਪੰਜਾਬੀ ਬੋਲੀ ਕਿੰਨੀ ਰਿਚ ਤੇ ਕਿੰਨੀ ਪੁਰਾਣੀ, 11ਵੀਂ ਸਦੀ ਤੋਂ ਵੀ ਪੁਰਾਣੀ ਉਸ ਦਿਨ ਗੱਲਾਂ ਚੱਲੀਆਂ ਸਨ। ਤੋ ਇਹ ਵੀ ਸਾਨੂੰ ਹੋਰ ਜਿਹੜੀ ਹੈ ਸੂਚਨਾ ਪਤਾ ਲੱਗ ਜਾਏ, ਇਹ ਇਨਫੋਰਮੇਸ਼ਨ ਕਿ ਆਇਆ ਰਿਗਵੇਦ ਵਿੱਚ ਵੀ ਪੰਜਾਬੀ ਦੇ ਨੂਮੈਰੀਕਲਸ ਨੇ। ਹਾਂਜੀ, ਵੀਰ ਤੇਜਿੰਦਰ ਸਿੰਘ ਜੀ ਸੰਗਤ ਨਾਲ ਸਾਂਝ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਜਾਣਦੇ ਹੋ ਕਿ ਸੰਸਾਰ ਦੇ ਸਭ ਤੋਂ ਪੁਰਾਣੇ ਜਿਹੜੇ ਸਕ੍ਰਿਪਚਰ ਹੈ ਉਹ ਰਿਗਵੇਦ ਹੈ। ਔਰ ਰਿਗਵੇਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੋ ਵਿਵਾਹ ਸੁਕਤਾ ਰਿਗਵੇਦ 1085-1622
ਡੇਟ ਉਹਦੇ 'ਚ ਲਿਖੀ ਹੈ ਕਿ 1500 ਤੋਂ 1200 ਬਿਫੋਰ ਕ੍ਰਾਈਸਟ ਮਨੂਸਕ੍ਰਿਪਟ ਹੈ। ਉਹਦੇ 'ਚ ਅਸੀਂ ਦੇਖਦੇ ਹਾਂ ਕਿ ਅੱਖਰ ਜਿਹੜਾ ਵੀਰ ਜੀ ਨੂੰ ਮੈਂ ਕਹਾਂਗਾ MP ਸਿੰਘਰਾਂ ਨੂੰ ਕਿ ਉਹ ਸਲਾਈਡ ਦਿਖਾਣਗੇ ਕਿ ਉਹਦੇ ਤੇ 3 ਅੱਖਰ ਜਿਹੜਾ ਹੈ ਉਹ ਸਾਨੂੰ ਨਜ਼ਰ, ਔਰ ਦੂਸਰੀਆਂ ਜਿਹੜੀਆਂ ਉਹ ਰਿਗਵੇਦ ਦੇ ਵਿੱਚੋਂ ਹੀ ਦੂਸਰੀ ਜਿਹੜੀਆਂ ਸਾਈਡਾਂ ਹਨ ਉਹਨੇ ਵੀ ਸਾਨੂੰ 4 ਔਰ 5 ਜਿਹੜੇ ਹਨ ਉਹ ਵੀ ਜਿਹੜੇ ਲਿਖੇ ਹੋਏ ਸਾਨੂੰ ਅਕਸ਼ਰ ਜਿਹੜੇ ਹਨ ਉਹ ਮਿਲਦੇ ਹਨ। ਤੋ 6 ਤੱਕਨ ਵੀ ਉਹਦੇ 'ਚ ਅਕਸ਼ਰ ਜਿਹੜੇ ਲਿਖੇ ਹੋਏ ਹਨ। ਹੁਣ ਅਸੀਂ ਇਸ ਗੱਲ ਨੂੰ ਸਮਝਣ ਵਾਸਤੇ ਸਾਡੇ ਕੋਲ ਇੱਕ ਕੰਪੈਰੀਜ਼ਨ ਚਾਰਟ ਹੈ ਜਿਹਦਾ ਬੇਸ ਜਿਹੜਾ ਹੈ ਉਹ ਕੰਪੈਰੀਜ਼ਨ ਹੈ ਜਿਹੜਾ ਮਾਡਰਨ ਸਿਸਟਮ ਆਫ ਨਿਊਮਰਲਸ ਹੈ, ਹਿੰਦੂ ਅਰੈਬਿਕ ਵੀ ਹੈ ਜਿਹੜਾ ਅਸੀਂ ਅੱਜ ਕੱਲ੍ਹ ਜਿਹੜੇ ਇੰਡੀਅਨ ਕੈਲੰਡਰ ਅਸੀਂ ਵਰਤਦੇ ਹਾਂ ਜਿਹੜੇ ਇੰਗਲਿਸ਼ ਕੈਲੰਡਰ ਹੈ ਉਹਦੇ 'ਚ 1 2 3 4 5 9 0 10 ਤੱਕ ਅਸੀਂ ਜਿਸ ਨੂੰ ਵਰਤਦੇ ਹਾਂ ਉਹ ਹਿੰਦੂ ਅਰੈਬਿਕ ਜਿਹੜਾ ਸਕ੍ਰਿਪਚਰ ਹੈ। ਉਸ ਤੋਂ ਬਾਅਦ ਅਰੈਬਿਕ ਦਾ ਆਪਣਾ ਇੱਕ ਸਕ੍ਰਿਪਚਰ ਹੈ, ਜਿਵੇਂ ਅਸੀਂ ਲਿਖਦੇ ਹਾਂ ਕਿ ਜਿਹੜੇ ਉਰਦੂ ਦੇ ਵਿੱਚ ਜਦੋਂ ਚੀਜ਼ ਕੋਈ ਲਿਖੀ ਹੋਈ ਹੋਵੇ ਤੇ ਜਿਵੇਂ 786 ਲਿਖਦੇ ਨੇ ਤੇ ਉਹਦਾ ਜਿਹੜਾ ਹੈ ਉਹ ਹੋਰ ਆਕਾਰ ਜਿਹੜਾ ਉਹਨਾਂ ਦਾ ਲਿਖਿਆ ਹੋਇਆ ਹੈ। ਔਰ ਦੇਵਨਾਗਰੀ ਦਾ ਜਿਹੜਾ ਹੈ ਉਹ ਇੱਕ ਜਿਹੜੀ ਤੁਸੀਂ ਹੁਣ ਦੇਖੋਗੇ ਸਾਹਮਣੇ ਇੱਕ ਤੁਹਾਨੂੰ ਸ਼ੀਟ ਨਜ਼ਰ ਆਏਗੀ ਸਟੇਟਮੈਂਟ, ਉਹਦੇ ਵਿੱਚ ਜਿਹੜੀ ਸਟੇਟਮੈਂਟ ਸ਼ੋ ਕਰ ਰਹੀ ਹੈ ਉਹ ਹੈ ਕਿ ਇੱਕ ਪਾਸੇ ਪੰਜਾਬੀ ਦੇ ਨੰਬਰ ਹਨ, ਇੱਕ ਪਾਸੇ ਹਿੰਦੀ ਦੇ ਨੰਬਰ ਹਨ। ਜਿਹੜੇ ਰਿਗਵੇਦ ਦੇ ਅੰਦਰ ਜਿਹੜੇ ਅੰਕ ਦਿੱਤੇ ਹੋਏ ਹਨ ਉਹ ਇਸ ਹਿੰਦੀ ਨੰਬਰ ਵਾਲੇ ਹਨ ਜਿਹੜੇ ਰਿਗਵੇਦ ਦੇ ਅੰਦਰ ਸ਼ੋ ਹੁੰਦੇ ਹਨ, ਤੇ ਪੰਜਾਬੀ ਜਿਹੜੇ ਨੰਬਰ ਜਿਹੜੇ ਗੁਰਮੁਖੀ ਸਕ੍ਰਿਪਟ ਦੇ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸਤੇਮਾਲ ਕਰਦੇ ਹਾਂ ਉਹ ਖੱਬੇ ਪਾਸੇ ਜਿਹੜੇ ਹਨ ਉਹ ਸ਼ੋ ਹੋ ਰਹੇ ਹਨ 1 ਤੋਂ 10 ਤੱਕ। ਤੇ ਜਦੋਂ ਅਸੀਂ ਇਹਨਾਂ ਨੂੰ ਆਪਸ ਵਿੱਚ ਮਿਲਾਉਂਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ 1 5 6 7 8 9 ਤੇ 10 ਜੇ ਬਣਾਵਾਂਗੇ 1 ਤੇ 0 ਲਾ ਕੇ, ਇਹਨਾਂ ਵਿੱਚ ਫਰਕ ਦੇਖਿਆ ਜਾ ਸਕਦਾ ਹੈ ਦੇਵਨਾਗਰੀ ਔਰ ਗੁਰਮੁਖੀ ਜਿਹੜੇ ਸਕ੍ਰਿਪਟ ਉਹਦੇ ਵਿੱਚ ਹਨ। ਤੇ ਕਿਉਂਕਿ ਜਿਹੜੇ ਰਿਗਵੇਦ ਦੇ ਅੰਦਰ ਜਿਹੜੇ ਅੱਖਰ ਲਿਖੇ ਗਏ ਹਨ ਦੇਵਨਾਗਰੀ ਸਕ੍ਰਿਪਟ ਦੇ ਲਿਖੇ ਗਏ ਹਨ, ਤੇ ਇਸ ਕਰਕੇ ਅਸੀਂ ਇਹ ਸਟੇਟਮੈਂਟ ਨਹੀਂ ਦੇ ਸਕਦੇ ਕਿ ਇਹ ਜਿਹੜੇ ਅੱਖਰ ਹਨ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੇ ਹੋਏ ਹਨ ਉਹ ਸੇਮ ਜਿਹੜੇ ਅਕਸ਼ਰ ਹਨ ਉਹ ਉਹਦੇ ਵਿੱਚ ਵੀ ਜਿਹੜੇ ਲਿਖੇ ਹੋਏ ਹਨ ਰਿਗਵੇਦ ਦੇ ਅੰਦਰ। ਤੋ ਆਸ ਹੈ ਇਸ ਗੱਲ ਦੇ ਨਾਲ ਜਵਾਬ ਜਿਹੜਾ ਮਿਲ ਗਿਆ ਹੋਵੇਗਾ। ਬਾਕੀ ਕੁਝ ਸਟੇਟਮੈਂਟਸ ਇੱਥੇ ਹੋਰ ਵੀ ਹੈਗੀਆਂ ਹਨ ਜਿਸ ਤੋਂ ਪੰਜਾਬੀ ਦਾ ਪਤਾ ਲੱਗਦਾ ਹੈ ਕਿ ਪੰਜਾਬੀ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਵੀ ਕਾਫੀ ਪੁਰਾਣੀ ਹੈ, ਤੇ ਉਹਦੇ ਵਿੱਚ ਜਿਹੜੇ ਅੱਖਰ ਲਿਖੇ ਹੋਏ ਹਨ ਉਹ ਉਹਨਾਂ ਨੂੰ ਵੀ ਦੇਖਦੇ ਕਿ ਉਹਦੀ ਡਿਵੈਲਪਮੈਂਟ ਜਿਹੜੀ ਹੈ ਉਹਦਾ ਪੀਰੀਅਡ ਵੀ ਜਿਹੜਾ ਹੈ ਉਹ ਦੇਖਣਾ ਹੈ। ਤੋ ਇਹ ਆਰੀਅਨ ਇਨਵੇਜਨ ਥਿਊਰੀ ਦੇ ਨਾਲ ਇਸ ਨੂੰ ਜਿਹੜਾ ਹੈ ਉਹ ਡਿਵੈਲਪ ਕੀਤਾ ਗਿਆ ਹੈ, ਔਰ ਇਹਦੇ 'ਚ ਜਿਹੜੇ ਹਿੰਦੀ ਦੇ ਅੱਖਰ ਹਨ ਉਹ ਉਹੀ ਹਨ ਜਿਹੜੇ ਵੇਦਾਂ ਦੇ ਵਿੱਚ ਲਿਖੇ ਗਏ ਹਨ। ਇਸੇ ਗੱਲ ਨੂੰ ਹੀ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਜਿਹੜੀ ਡਿਵੈਲਪਮੈਂਟ ਹੈ ਉਹਦੇ ਨਾਲ ਵੀ ਇਸ ਨੂੰ ਲਿਖ ਕੇ ਦਿੱਤਾ ਗਿਆ ਹੈ। ਤੋ ਆਸ ਹੈ ਜਿਹੜੇ ਵੀਰਾਂ ਨੇ ਇਹ ਸਵਾਲ ਪੁੱਛਿਆ ਹੈ ਉਹਨਾਂ ਨੂੰ ਇਸ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਕਿ ਇਹ ਜਿਹੜੇ ਅੱਖਰ ਹਨ ਇਹ ਜਿਹੜੇ ਸਾਡੇ ਕੋਲ ਆਏ ਹਨ ਇਹ ਅੱਖਰ ਜਿਹੜੇ ਹਨ ਪੰਜਾਬੀ ਦੇ ਅਲੱਗ ਹਨ ਔਰ ਹਿੰਦੀ ਦੇ ਅਲੱਗ ਹਨ, ਔਰ ਜਿਹੜੇ ਦੇਵਨਾਗਰੀ ਸਕ੍ਰਿਪਟ ਦੇ ਹਨ ਉਹੀ ਜਿਹੜੇ ਹਨ ਉਹ ਵੇਦਾਂ ਦੇ ਵਿੱਚ ਲਿਖੇ ਹੋਏ ਹਨ, ਗੁਰੂ ਗ੍ਰੰਥ ਸਾਹਿਬ ਵਾਲੇ ਵੇਦਾਂ ਦੇ ਵਿੱਚ ਨਹੀਂ ਲਿਖੇ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਜਿਸ ਤਰ੍ਹਾਂ ਵੀਰ ਜੀ ਨੇ ਬੜੇ ਵਿਸਥਾਰ ਸਾਹਿਬ ਦੱਸਿਆ, ਸਾਧ ਸੰਗਤ ਮੈਂ ਬੇਨਤੀ ਕਰਦੇ ਹਾਂ ਕਿ ਜਿਸ ਵੇਲੇ ਆਪਾਂ ਆਦ ਮਨੁੱਖ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਤਾਂ ਬੋਲੀ ਹੁੰਦੀ ਕੋਈ ਨਹੀਂ ਸੀ। ਸਾਰਾ ਜੋ ਆਪਾਂ ਪਹਿਲੇ ਪੜ੍ਹਦੇ ਰਹੇ ਹਾਂ ਸੈਨਿਕਾਂ ਨਾਲ ਗੱਲ ਸੀ, ਫਿਰ ਮੁੜ ਕੇ ਆਹਿਸਤਾ ਆਹਿਸਤਾ ਜਿਉਂ ਸੱਭਿਆਚਾਰ ਡਿਵੈਲਪ ਹੁੰਦਾ ਗਿਆ ਤਿਉਂ ਇਹ ਬੋਲੀਆਂ ਬਣੀਆਂ, ਅੱਖਰ ਬਣੇ, ਕਿਉਂਕਿ ਪਹਿਲਾਂ ਤਾਂ ਕੋਈ ਬੋਲੀ ਹੈ ਹੀ ਨਾ ਸੀ। ਤੇ ਜਿਸ ਵੇਲੇ ਸ਼ੁਰੂ ਹੋਇਆ ਇੱਕ ਨੈਚੁਰਲੀ ਗੱਲ ਹੈ ਕਿ ਜਿੱਥੋਂ ਬਿਲਕੁਲ ਸਟਾਰਟ ਹੋਏਗਾ ਲੈਂਗੁਏਜਸ ਦਾ ਉਹ ਤਾਂ ਇੱਕ ਹੀ ਹੋਏਗੀ। ਉਸ ਤੋਂ ਬਾਅਦ ਇਹ ਸਮੇਂ ਦੇ ਮੁਤਾਬਕ, ਏਰੀਆਜ਼ ਦੇ ਮੁਤਾਬਕ ਔਰ ਕਈ এনवायरमेंट ਦੇ ਮੁਤਾਬਕ ਉਹਦੇ ਚ ਚੇਂਜਸ ਆਉਂਦੀਆਂ ਗਈਆਂ ਹੋਣਗੀਆਂ, ਜਿਸ ਕਰਕੇ ਡਿਫਰੈਂਟ ਹੁਣ ਦੇਖੋ ਇਸ ਵੇਲੇ ਤਕਰੀਬਨ ਸਾਰੇ ਵਰਲਡ ਦੇ ਵਿੱਚ 7000 ਲੈਂਗੁਏਜਸ 7000 ਤੋਂ ਇਹ ਅੱਗੇ ਤੋਂ ਅੱਗੇ ਡਿਵੈਲਪ ਕਰ ਰਹੀਆਂ। ਤੋ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਿਲਣੀਆਂ 7 ਨੇ। ਹੁਣ ਬਹੁਤ ਸਾਰੇ ਇੰਗਲਿਸ਼ ਦੇ ਤੁਹਾਨੂੰ ਇਹੋ ਜਿਹੇ ਅੱਖਰ ਮਿਲਣਗੇ ਜਿਹੜੇ ਪੰਜਾਬੀ ਚ ਉਹਨਾਂ ਨਾਲ ਮਿਲਦੇ ਜੁਲਦੇ, ਬਰਾਦਰੀ ਲਾ ਲਓ, ਬ੍ਰਦਰ ਲਾ ਲਓ, ਮਦਰ ਲਾ ਲਓ, ਮਾਤਰੀ ਲਾ ਲਓ, ਕਈ ਹੋਰ ਇਹੋ ਜਿਹੇ। ਸੋ ਇਸ ਕਰਕੇ ਇਹ ਜਿਹੜੀ ਵਿਸ਼ਾ ਹੈ ਇਹ ਬੜਾ ਡੂੰਘਾ ਵਿਸ਼ਾ ਹੈ, ਇਹ ਤੇ ਜਿੰਨੀ ਖੋਜ ਕਰ ਲਓ ਉਨੀ ਥੋੜੀ ਹੈ।
ਪਿੱਛੇ ਜੇ ਮੇਰੇ ਇੱਕ ਮਿੱਤਰ ਨੇ ਇੱਥੇ, ਉਹ ਇਸ ਪਾਸੇ ਕਾਫੀ ਰਿਸਰਚ ਕਰਦੇ ਨੇ। ਉਹਨਾਂ ਨੇ ਦੱਸਿਆ ਵੀ ਅਸੀਂ ਜਿਹੜਾ ਲਫ਼ਜ਼ ਹਾਹਾ ਬੋਲਦੇ ਹਾਂ ਤੇ ਇੰਗਲਿਸ਼ ਵਿੱਚ ਤੇ ਐਚ ਜਾਂ ਐਚ ਕਰਕੇ ਕਹਿੰਦੇ ਨੇ, ਠੀਕ ਹੈ, ਐਚ ਜਾਂ ਐਚ ਕਰਕੇ ਕਹਿੰਦੇ ਨੇ, ਪਰ ਅਸੀਂ ਹਾ ਕਰਕੇ ਬੋਲਦੇ। ਉਹ ਕਹਿੰਦਾ ਹੁਣ ਜਿਹੜੀ ਲੇਟੈਸਟ ਰਿਸਰਚ ਆਈ ਹੈ ਉਹਦੇ ਚ ਉਹਨਾਂ ਦੱਸਿਆ ਕਿ ਇਹ ਜਿਹੜੀ ਹਾ ਜਿਹੜਾ ਅਸੀਂ ਪੰਜਾਬੀ ਚ ਹਾਹਾ ਬੋਲਦੇ ਹਾਂ, ਇਹ ਜਿਹੜਾ ਹਾ ਕਰਕੇ ਹੈ, ਇਹ ਦਾ origin ਜਿਹੜਾ ਇਹ ਬਹੁਤ ਪੁਰਾਣਾ ਹੈ। ਔਰ ਉਹ ਇਹ ਦੱਸ ਰਹੇ ਸੀ ਕਿ ਇੱਥੇ ਰਿਸਰਚ ਹੋ ਰਹੀ ਹੈ ਵੀ ਇਹ ਜਿਹੜਾ ਅਸੀਂ ਪੰਜਾਬੀ ਚ ਹਾਹਾ ਬੋਲਦੇ ਹਾਂ, ਉਹ ਜਿਹੜਾ ਐਚ ਹੈ ਜਾਂ ਐਚ ਕਰਕੇ ਬੋਲਦੇ ਜਾਂ ਐਚ ਕਰਕੇ ਬੋਲਦੇ, ਦੋ ਤਰ੍ਹਾਂ ਬੋਲਦੇ ਨੇ। ਉਹਨਾਂ ਨੂੰ ਵੀ ਉਹ ਕਹਿ ਰਹੇ ਨੇ ਕਿ ਇਹ ਸਮਾਂ ਆਏਗਾ ਕਿ ਇਹਨੂੰ ਵੀ ਹਾਹੇ ਦੀ ਤਰ੍ਹਾਂ ਬੁਲਾਇਆ ਜਾਏ। ਤਾਂ ਚਲੋ ਉਹ ਖੋਜ ਦਾ ਵਿਸ਼ਾ। ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਇਹ ਸਵਾਲ ਜਿਹੜਾ ਇਹ ਬੜਾ ਡੂੰਘਾ ਸਵਾਲ ਹੈ। ਤਾਂ ਵੀਰ ਜੀ ਨੇ ਕਾਫੀ ਜ਼ੋਰ ਲਾ ਕੇ ਔਰ ਇਹ ਕੰਪੈਰੀਜ਼ਨ ਸਾਡੇ ਸਾਹਮਣੇ ਲਿਆ ਕੇ ਰੱਖਿਆ। ਹੁਣ ਵੀ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਸਕਰੀਨ ਤੇ ਜਿਹੜੇ ਉਹ ਆ ਰਿਹਾ ਇਹਨਾਂ ਗਿਣਤੀ ਜਿਹੜੀ ਹੈ ਉਹ ਪੰਜਾਬੀ ਚ ਕਿਵੇਂ, ਹਿੰਦੀ ਚ ਕਿਵੇਂ, ਅਰੈਬਿਕ ਚ ਕਿਵੇਂ ਤੇ ਇੰਗਲਿਸ਼ ਚ ਕਿਵੇਂ। ਤੋ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਆਪਾਂ ਚੱਲਦੇ ਰਹੀਏ, ਸਵਾਲ ਆਉਂਦੇ ਰਹਿਣ, ਅਸੀਂ ਜਵਾਬ ਲੱਭਦੇ ਰਹੀਏ, ਸਾਡੀ ਸਾਂਝ ਪਈ ਰਹੇ। ਧੰਨਵਾਦ ਵੀਰ ਤੇਜਿੰਦਰ ਸਿੰਘ ਜੀ। ਤੋ ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ। ਅਗਲਾ ਸਵਾਲ ਜਿਹੜਾ ਉਹ ਗੁਰਬਾਣੀ ਦੇ ਸ਼ਬਦਾਂ ਦੇ ਉਚਾਰਨ ਬਾਰੇ। ਦੇਖੋ ਆਪਾਂ ਤਕਰੀਬਨ ਹਰ ਸੈਸ਼ਨ ਵਿੱਚ ਗੁਰਬਾਣੀ ਉਚਾਰਨ ਬਾਰੇ, ਜਿਹੜੇ ਸ਼ਬਦਾਂ ਦੇ ਉਚਾਰਨ ਬਾਰੇ 1 2 4 ਸਵਾਲ ਜ਼ਰੂਰ ਆਉਂਦੇ ਨੇ ਔਰ ਇਹ ਆਉਣੇ ਵੀ ਚਾਹੀਦੇ ਨੇ, ਕਿਉਂਕਿ ਅਸੀਂ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਜਾਂ ਇਸ ਵੇਲੇ ਸਹਿਜ ਪਾਠ ਕਰਦੇ ਹਾਂ ਜਾਂ ਨਿਤਨੇਮ ਕਰਦੇ ਹਾਂ ਤਾਂ ਇਟਸ ਨਾਟ ਅ ਫਾਰਮੈਲਿਟੀ। ਅਸੀਂ ਫਾਰਮੈਲਿਟੀ ਸੇਕ ਨਹੀਂ ਕਰਦੇ, ਅਸੀਂ ਉਹਨੂੰ ਸਮਝਣ ਲਈ ਕਰਦੇ ਹਾਂ। ਤੇ ਜਿਸ ਵੇਲੇ ਕੋਈ ਚੀਜ਼ ਸਮਝਣ ਦਾ ਯਤਨ ਕਰਦੇ ਹਾਂ ਤੇ ਜ਼ਰੂਰੀ ਗੱਲ ਹੈ ਕਿ ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਜਿਹੜੇ ਆਉਂਦੇ ਨੇ। ਦੂਜੀ ਗੱਲ, ਬਾਣੀ ਬੜੀ ਅਗਾਧ ਬੋਲ, ਇਸ ਕਰਕੇ ਇਹਦੀ ਜਿਹੜੀ ਰਿਸਰਚ ਹੈ ਇਹ ਚਲਦੀ ਰਹਿਣੀ ਹੈ, ਚਲਦੀ ਰਹੀ ਹੈ ਔਰ ਅੱਗੋਂ ਆਉਣ ਲਈ ਵੀ ਚਲਦੀ ਰਹੇਗੀ। ਤੋ ਆਓ ਉਹ ਇੱਕ ਸ਼ਬਦ ਹੈ, ਇਹ ਕੁਝ ਸ਼ਬਦ ਆਏ ਨੇ ਜੀ। ਨੰਨਾ ਹਾਹਾ, ਦੂਸਰਾ ਸ਼ਬਦ ਹੈ ਕੱਕਾ ਰਰਾ ਹਾਹਾ, ਤੀਸਰਾ ਸ਼ਬਦ ਹੈ ਦੱਦਾ ਰਰਾ ਗਤੇ ਹਾਹਾ। ਇਹਨਾਂ ਦਾ ਉਚਾਰਨ ਕਿਵੇਂ ਹੋਣਾ? ਮੈਂ ਬੇਨਤੀ ਕਰ ਰਿਹਾ ਸਾਹ ਜਗੀਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਦੱਸਣ ਵੀ ਇਹ ਜਿਹੜੇ 3 ਸ਼ਬਦ ਆਏ ਨੇ ਇਹਨਾਂ ਦਾ ਉਚਾਰਨ ਕਿਸ ਤਰ੍ਹਾਂ ਕਰਨਾ ਹੈ ਤੇ ਕਿਉਂ ਉਸ ਤਰ੍ਹਾਂ ਕਰਨਾ ਹੈ। ਵੀਰ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਮੈਂ WhatsApp ਤੇ ਭੇਜਿਆ ਸੀਗਾ ਜੀ ਤੁਹਾਨੂੰ, ਉਹ ਜਰਾ ਸ਼ੋ ਕਰ ਦੇਣਾ ਜੀ। ਹਰਜੀਤ ਸਿੰਘ ਨੂੰ ਭੇਜਿਆ ਸੀ, TP ਸਿੰਘ ਨੂੰ, ਆਪਣੇ MP ਸਿੰਘ ਨੂੰ। ਆਵਾਜ਼ ਬੜੀ ਘੱਟ ਹੈ ਜਗੀਰ ਸਿੰਘ ਤੁਹਾਡੀ। ਮੈਂ ਜੀ ਉਹ ਤੁਹਾਨੂੰ ਭੇਜਿਆ ਸੀ ਜੀ ਲਿਖ ਕੇ, ਅੱਜ ਉਹ ਡਿਸਪਲੇ ਕਰ ਦੇਣਾ ਜੀ ਜਰਾ। ਅੱਛਾ, ਮੈਂ ਤਾਂ ਜੇ ਤੁਸੀਂ ਅੱਜ ਭੇਜਿਆ ਤਾਂ ਮੈਨੂੰ ਖਿਮਾ ਕਰਨਾ, ਮੈਂ ਦੇਖਿਆ ਨਹੀਂ। ਜੇ ਵੀਰ ਮੈਂ ਦੇਖ ਲਿਆ ਹੈਗਾ ਜੀ ਆਪਣੇ ਹਰਜੀਤ ਸਿੰਘ ਜੀ। ਹਾਂਜੀ ਕਰਨਾ ਜੀ ਡਿਸਪਲੇ। ਮੈਂ ਸ਼ੁਰੂ ਕਰਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਨੰਨਾ ਹਾਹਾ ਨੈ ਸ਼ਬਦ ਗੁਰਬਾਣੀ ਵਿੱਚ 3 ਰੂਪਾਂ ਵਿੱਚ ਆਇਆ ਜੀ। ਇੱਕ ਨੰਨਾ ਹਾਹਾ, ਦੂਜਾ ਨੰਨਾ ਹਾਹੇ ਨੂੰ ਔਂਕੜ, ਤੀਜਾ ਨੰਨਾ ਹਾਹੇ ਨੂੰ ਸਿਆਰੀ। ਇਹਨਾਂ 3 ਸ਼ਬਦਾਂ ਦਾ ਅਰਥ ਹੈਗਾ ਨਾ ਜੀ, ਅਰਥ ਇੱਕੋ ਹੀ ਅਰਥ ਦਾ, ਰੂਪ ਵੱਖਰੇ ਵੱਖਰੇ ਨੇ। ਤੇ ਪਹਿਲੇ 2 ਅੱਖਰ ਨੰਨਾ ਹਾਹਾ ਅਤੇ ਨੰਨਾ ਹਾਹੇ ਨੂੰ ਔਂਕੜ, ਇਹਨਾਂ ਦੋਹਾਂ ਦਾ ਉਚਾਰਨ ਨਾ ਹੈਗਾ। ਇਹ ਆਪਣੇ ਗਿਆਨੀ ਜਗਤਾਰ ਸਿੰਘ ਜੀ ਜਾਚਕ, ਸਾਬਕਾ ਹੈਡ ਗ੍ਰੰਥੀ ਦਰਬਾਰ ਸਾਹਿਬ ਵਾਲਿਆਂ ਨੇ ਜੋ ਵਿਚਾਰ ਹੈਗੇ ਜੀ ਇਹ। ਤੇ ਐਗਜ਼ੈਂਪਲ ਹੈ ਆਖਣ ਜੋਰ ਚੁੱਪੇ ਨਾ ਜੋਰ, ਇਹਨੂੰ ਨਹਿ ਨਹੀਂ ਪੜ੍ਹਨਾ, ਨਾ ਪੜ੍ਹਨਾ। ਜੋਰ ਨਾ ਜੀਵਨ ਮਰਨ ਨਾ ਜੋਰ, ਕਿਰਤ ਪਿਆ ਨਾ ਮਿਟੈ ਕੋਏ। ਇਹਨਾਂ 3 ਸ਼ਬਦਾਂ ਦੇ ਵਿੱਚ ਇਹਨਾਂ ਨੂੰ ਜੀ ਨੰਨਾ ਹਾਹਾ ਹੈਗਾ, ਇਹਨੂੰ ਨਾ ਪੜ੍ਹਨਾ ਜੀ। ਅੱਗੇ ਹੈ ਤੇ ਨਰ ਦੁੱਖ ਨਾ ਭੁੱਖ, ਤੇ ਨਰ ਨਿਧਨ ਨਾ ਕਹੀਐ। ਇਥੇ ਨਾ ਨੰਨਾ ਹਾਹੇ ਨੂੰ ਔਂਕੜ ਹੈਗਾ, ਇਥੇ ਵੀ ਨਾ ਪਾਠ ਕਰਨਾ ਹੈਗਾ ਜੀ। ਤੇ ਨਰ ਸ਼ੋਕ ਨਾ ਹੋਏ, ਤੇ ਨਰ ਅੰਤ ਨਾ ਲਹੀਐ, ਇਥੇ ਵੀ ਨਾ ਪਾਠ ਕਰਨਾ ਜੀ। ਜਿਨ ਗੁਰ ਨਾ ਦੇਖਿਓ ਨਾ ਕੀਓ, ਇਥੇ ਨੈ ਨਹੀਂ ਪੜ੍ਹਨਾ ਹੈਗਾ, ਨਾ ਕੀਓ। ਤੇ ਅਕਥ ਸੰਸਾਰ ਮੈਂ। ਤੇ ਇਸੇ ਤਰ੍ਹਾਂ ਜਿਹੜਾ ਨੰਨਾ ਹਾਹੇ ਨੂੰ ਸਿਹਾਰੀ ਹੈਗਾ, ਇਹਦਾ ਨੈ ਪਾਠ ਕਰਨਾ। ਜਿਵੇਂ ਆਪਾਂ ਪੜ੍ਹਦੇ ਹਾਂ ਜ਼ਹਿਰ, ਜੱਜਾ ਹਾਹੇ ਨੂੰ ਸਿਹਾਰੀ ਰਾਰਾ, ਤੇ ਉਹ ਹਾਹੇ ਨੂੰ ਸਿਹਾਰੀ ਹੈ ਲੇਕਿਨ ਉਹ ਜੱਜੇ ਨੂੰ ਦਲਾਂ ਬੋਲਦੀਆਂ ਨੇ, ਜਿਵੇਂ ਭੈਣ ਜੀ ਨੇ ਦੱਸਿਆ ਸੀ ਆਪਾਂ ਨੂੰ। ਇਸੇ ਤਰ੍ਹਾਂ ਇੱਥੇ ਨੰਨਾ ਹਾਹੇ ਨੂੰ ਸਿਹਾਰੀ ਹੈ, ਇੱਥੇ ਨੰਨੇ ਨੂੰ ਦਲਾਵਾਂ ਲਾ ਕੇ ਹਾਹਾ ਨੈ ਪਾਠ ਕਰਨਾ ਹੈਗਾ ਜੀ।
ਜੇ ਨਰ ਰਾਮ ਭਗਤ ਨੈ ਸਾਧੀ। ਅੱਗੇ ਹੈ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਹੈ ਹਰ ਕੀ ਗਤ ਨਹਿ ਕੋ ਜਾਣੈ। ਇਹਨੂੰ ਨਾ ਪਾਠ ਨਹੀਂ ਕਰਨਾ, ਨਹੀਂ ਕਰਨਾ, ਨਹਿ ਪਾਠ ਕਰਨਾ ਜੀ। ਅਗਲਾ ਸਵਾਲ ਹੈਗਾ ਜੀ ਕੱਕਾ ਰਾਰਾ ਹਾਹਾ। ਇਹਦੇ ਵੀ 3 ਰੂਪ ਨੇ ਜੀ। ਇੱਕ ਹੈ ਕੱਕਾ ਰਾਰੇ ਨੂੰ ਦਲਾਵਾਂ ਕਰੈ। ਇਹ ਸ਼ਬਦ ਕਿਰਿਆ ਹੈ, ਤੀਜਾ ਬਚਨ ਇੱਕ ਵਚਨ ਵਾਸਤੇ ਆਉਂਦੀ ਹੈ। ਅਰਥ ਹੈ ਉਹ ਕਰਦਾ ਹੈ। ਉਚਾਰਨ ਕਰਨਾ ਹੈਗਾ ਕਰੈ। ਕੱਕਾ ਰਾਰੇ ਨੂੰ ਦਲਾਵਾਂ ਕਰੈ। ਜੇ ਕੋ ਕਹਿ ਕਰੈ ਵਿਚਾਰ। ਇਸ਼ਨਾਨ ਕਰੈ ਪਰ ਮੈਲ ਨਾ ਜਾਈ। ਕਰੈ ਪਾਠ ਹੀ ਕਰਨਾ ਜਿੱਥੇ। ਮੀਤ ਕਰੈ ਸੋਈ ਹਮ ਮਾਨਾ। ਅਗਲਾ ਰੂਪ ਹੈ ਜੀ ਕੱਕਾ ਰਾਰਾ ਹਾਹੇ ਨੂੰ ਸਿਆਰੀ। ਇਹ ਤੀਜਾ ਪੁਰਖ ਅੰਨਿਆ ਪੁਰਖ ਬਹੁ ਵਚਨ ਵਾਸਤੇ ਆਂਦਾ ਜਾਂ ਮਧਿਅਮ ਪੁਰਖ ਵਾਸਤੇ ਵੀ ਆਂਦਾ। ਉਚਾਰਨ ਹੈਗਾ ਕਰੈ। ਅਰਥ ਹੈਗਾ ਕਰਦੇ ਹਨ। ਅਸੰਖ ਨਿੰਦਕ ਸਿਰ ਕਰੈ ਭਾਰ। ਇੱਥੇ ਅਸੰਖ ਦਾ ਮਤਲਬ ਬਹੁਤੇ, ਨਿੰਦਕ ਦਾ ਕੱਕਾ ਮੁਕਤਾ, ਇਹ ਵੀ ਬਹੁ ਵਚਨ ਹੈ। ਇਹਦੇ ਨਾਲ ਜਿਹੜੀ ਕਿਰਿਆ ਆ ਗਈ ਉਹ ਆ ਗਿਆ ਕਰੈ। ਇਹਨੂੰ ਕਰੈ ਨਹੀਂ ਪਾਠ ਕਰਨਾ, ਉੱਤੇ ਬਿੰਦੀ ਲਾ ਕੇ ਕਰੈ ਪਾਠ ਕਰਨਾ ਜੀ। ਕਰੈ ਆਨੰਦ ਸੱਚਾ ਮਨ ਸੋਏ। ਇਹਨੂੰ ਕਰੈ ਪਾਠ ਨਹੀਂ ਕਰਨਾ, ਕਰ ਹੈ ਨਹੀਂ ਪਾਠ ਕਰਨਾ, ਕਰੈ। ਕਰੈ ਆਨੰਦ ਸੱਚਾ ਮਨ ਸੋਏ। ਪੜ ਪੜ ਪੰਡਤ ਜੋਤੀ ਬਾਦ ਕਰੈ ਵਿਚਾਰ। ਇੱਥੇ ਵੀ ਕਰੈ ਪਾਠ ਕਰਨਾ। ਹੁਣ ਅਗਲਾ ਜਿਹੜਾ ਅਸਲੀ ਸਵਾਲ ਹੈਗਾ ਉਹ ਹੈਗਾ ਕੱਕਾ ਰਾਰਾ ਹਾਹਾ। ਇਹ ਜਿਹੜਾ ਸ਼ਬਦ ਹੈਗਾ ਇਹ ਵੀ ਕਿਰਿਆ ਹੈ। ਕਿਰਿਆ ਪਹਿਲਾ ਪੁਰਖ ਬਹੁ ਵਚਨ ਵਾਸਤੇ। ਅਸੀਂ, ਹਮ, ਉਸੇ ਜਿਸੇ ਇਹ ਸ਼ਬਦ ਆਣ, ਇਹਨਾਂ ਨਾਲ ਜਿਹੜੀ ਕਿਰਿਆ ਹੁੰਦੀ ਹੈ ਉਹਦੇ ਹਾਹੇ ਨੂੰ ਸਿਆਰੀ ਨਹੀਂ ਲੱਗਦੀ ਹੈਗੀ ਨੋਰਮਲੀ। ਅਰਥ ਹੈ ਅਸੀਂ ਕਰਦੇ ਹਾਂ। ਉਚਾਰਨ ਦਾ ਕਰਨਾ ਹੈ ਕਰੈ। ਜਿਸ ਤਰ੍ਹਾਂ ਰਾਰੇ ਨੂੰ ਹਾਹੇ ਨੂੰ ਸਿਆਰੀ ਲਾ ਕੇ ਕਰੈ ਪਾਠ ਕਰਦਾ ਅਸੀਂ ਕਰਦੇ ਆਪਾਂ, ਇਹਦਾ ਪਾਠ ਵੀ ਆਪਾਂ ਕਰੈ ਪਾਠ ਕਰਨਾ ਜੀ। ਐਗਜ਼ਾਮਪਲ ਹੈ ਜੀ ਜੋ ਹਮ ਕਰੈ ਸੋ ਆਪ ਕਰਾਏ। ਸੋ ਹਮ ਕਰੈ ਜੋ ਆਪ ਕਰਾਏ। ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਠ ਕੀਆਂ। ਇੱਥੇ ਕਰੈ ਪਾਠ ਕਰਨਾ। ਹਮ ਜੰਤ ਵਿਚਾਰੇ ਕਿਆ ਕਰੈ ਸਭ ਖੇਲ ਤੁਮ ਸੁਆਮੀ। ਹੁਣ ਜਿਹੜਾ ਕੱਕਾ ਰਾਰਾ ਹਾਹਾ ਹੈਗਾ ਇਹਨੂੰ ਕਰੈ ਪਾਠ ਕਰਨਾ। ਕਈ ਇਹਨੂੰ ਕਰਾਂ ਪਾਠ ਕਰਦੇ ਨੇ, ਕਰਾਂ ਨਹੀਂ ਕਰਨਾ ਹੈਗਾ, ਇਹਨੂੰ ਕਰੈ ਪਾਠ ਕਰਨਾ ਜੀ। ਅਗਲਾ ਸਵਾਲ ਸੀਗਾ ਜੀ ਦੱਦਾ ਰਾਰਾ ਗੱਗਾ ਹਾਹਾ। ਇਹ ਹੈਗਾ ਫਾਰਸੀ ਦਾ ਸ਼ਬਦ। ਫਾਰਸੀ ਦੇ ਕੋਈ ਵੀ ਸ਼ਬਦ ਹੋਵੇ, ਜੇ ਲਾਸਟ ਦੇ ਵਿੱਚ ਹਾਹਾ ਮੁਕਤਾ ਹੋਵੇ, ਉਦੋਂ ਪਹਿਲਾ ਅੱਖਰ ਵੀ ਮੁਕਤਾ ਹੋਵੇ, ਤਾਂ ਹਾਹੇ ਤੋਂ ਪਹਿਲੇ ਅੱਖਰ ਨੂੰ ਕੰਨਾ ਲਾ ਕੇ ਹੀ ਉਚਾਰਨ ਕਰਨਾ। ਅੱਖਰ ਕੋਈ ਵੀ ਹੋਵੇ, ਸ਼ਬਦ ਕੋਈ ਵੀ ਹੋਵੇ। ਹੁਣ ਜਿਵੇਂ ਦਰਗਾਹ, ਇਹਨੂੰ ਦਰਗਾਹ ਹੈ, ਚਾਹੇ ਹਾਹੇ ਨੂੰ ਸਿਹਾਰੀ ਲੱਗੀ ਹੋਈ ਹੈ, ਚਾਹੇ ਹਾਹੇ ਨੂੰ ਔਂਕੜ ਲੱਗਿਆ ਹੋਇਆ, ਚਾਹੇ ਹਾਹਾ ਮੁਕਤਾ ਹੈਗਾ, ਤੇਹਾਂ ਦਾ ਅਰਥ, ਤੇਹਾਂ ਦਾ ਉਚਾਰਨ ਦਰਗਾਹ ਹੋਏਗਾ। ਦਰਗਾਹ ਜਾਂ ਦਰਗੋ ਇਦਾਂ ਪਾਠ ਨਹੀਂ ਹੋਏਗਾ। ਇਸ ਤਰ੍ਹਾਂ ਹੋਰ ਵੀ ਬਹੁਤ ਸ਼ਬਦ ਨੇ ਜਿਹੜੇ ਅਸੀਂ ਕੰਨਾਂ ਲਾ ਕੇ, ਜਿਵੇਂ ਆਪਾਂ ਪੜ੍ਹਦੇ ਹਾਂ ਜਫਰਨਾਮਾ, ਉੱਥੇ ਲਿਖਿਆ ਹੋਇਆ ਨੰਨੇ ਨੂੰ ਕੰਨਾ ਮੰਮਾ ਹਾਹਾ। ਇਹਨੂੰ ਨਵੇਂ ਨਹੀਂ ਪਾਠ ਕਰਨਾ, ਜਫਰਨਾਮੇ, ਨਵੇਂ ਪਾਠ ਨਹੀਂ ਕਰਨਾ ਹੈਗਾ, ਜਫਰਨਾਮਾ। ਇੱਥੋਂ ਸਾਨੂੰ ਸੇਧ ਮਿਲਦੀ ਹੈ ਵੀ ਇਹ ਉਚਾਰਨ ਕਿੱਦਾਂ ਕਰਨਾ। ਅਸਲ ਵਿੱਚ ਮੈਂ ਦੱਸ ਦੇਵਾਂ ਵੀ ਜਿਹੜੇ ਫਾਰਸੀ ਦੇ ਸ਼ਬਦ ਨੇ ਉਹ ਬੋਲੇ ਜਾਂਦੇ ਨੇ ਹਾਹੇ ਤੋਂ ਪਹਿਲੇ ਅੱਖਰ ਨੂੰ ਕੰਨਾ ਲਾ ਕੇ, ਲੇਕਿਨ ਲਿਖੇ ਜਾਂਦੇ ਨੇ ਹਾਹਾ ਮੁਕਤਾ, ਤੇ ਉਦੋਂ ਪਹਿਲਾ ਅੱਖਰ ਵੀ ਮੁਕਤਾ ਲਿਖਿਆ ਜਾਂਦਾ। ਇਹਨਾਂ ਦਾ ਨਿਯਮ ਆ ਫਾਰਸੀ ਲਿਖਣ ਦਾ। ਇਸ ਤਰ੍ਹਾਂ ਜਿਸ ਤਰ੍ਹਾਂ ਉਹ ਫਾਰਸੀ 'ਚ ਲਿਖੇ ਹੋਏ ਨੇ ਉਦਾਂ ਹੀ ਗੁਰਬਾਣੀ ਵਿੱਚ ਲਿਖੇ ਹੋਏ ਨੇ, ਤੇ ਇਹਨਾਂ ਨੂੰ ਅਸੀਂ ਪਹਿਲੇ ਅੱਖਰ ਨੂੰ ਕੰਨਾ ਲਾ ਕੇ ਬੋਲਣਾ। ਜਿਵੇਂ ਕੁਲਾ, ਕੱਕਾ ਲੱਲਾ ਹਾਹਾ, ਇਹ ਕੁਲਾ ਮੈਨੇ ਹੁੰਦਾ ਟੋਪੀ, ਇਹ ਫਾਰਸੀ ਦਾ ਅੱਖਰ ਹੈ, ਇਹਨੂੰ ਕੁਲਾ ਨਹੀਂ ਪੜ੍ਹਨਾ, ਕੁਲਾ ਪੜ੍ਹਨਾ। ਲੱਲੇ ਨੂੰ ਕੰਨਾ ਲਾ ਕੇ ਕੁਲਾ, ਹਾਹਾ ਹਲਕਾ ਜਿਹਾ ਉਚਾਰਨ ਕਰਨਾ। ਜਿਸ ਤਰ੍ਹਾਂ ਗੁਣਾ, ਇਹਨੂੰ ਗੁਣਾ ਪਾਠ ਨਹੀਂ ਕਰਨਾ, ਗੁਣਾ ਮੈਨੇ ਹੁੰਦਾ ਪਾਪ ਜੀ। ਇਸ ਤਰ੍ਹਾਂ ਅੱਲਾ, ਆੜਾ ਲੱਲਾ ਹਾਹਾ, ਚਾਹੇ ਹਾਹੇ ਨੂੰ ਸਿਹਾਰੀ ਲੱਗੀ ਹੋਈ ਹੈ, ਇਹਨੂੰ ਅਲਹੇ ਨਹੀਂ ਪੜ੍ਹਨਾ। ਜੇ ਹਾਹੇ ਨੂੰ ਔਂਕੜ ਲੱਗਿਆ ਹੋਵੇ ਇਹਨੂੰ ਅਲਹੋ ਨਹੀਂ ਪੜ੍ਹਨਾ। ਇਹਨਾਂ ਚਾਹੇ ਹਾਹਾ ਮੁਕਤਾ ਹੋਵੇ, ਚਾਹੇ ਸਿਹਾਰੀ ਹੋਵੇ, ਚਾਹੇ ਹਾਹੇ ਨੂੰ ਔਂਕੜ ਹੋਵੇ, ਇਹਨਾਂ ਸਾਰਿਆਂ ਨੂੰ ਅਸੀਂ ਅੱਲਾ ਪੜ੍ਹਨਾ ਜੀ। ਤੇ ਅੱਗੇ ਹੈਗਾ ਪਨਾਹ, ਪੱਪਾ ਨੰਨਾ ਹਾਹਾ। ਪਨਾਹ ਮੈਨੂੰ ਹੁੰਦਾ ਸਰਨ,
ਵੀ ਕਿਸੇ ਬੰਦੇ ਨੇ ਪਨਾਹ ਲੈ ਲਈ ਜੀ ਉਸੇ, ਆਪਾਂ ਪਨਾਹ ਹੀ ਨਹੀਂ ਕਹਿੰਦੇ, ਪਨਾਹ ਬੋਲਦੇ ਆ। ਇਸ ਤਰ੍ਹਾਂ ਗਰਾ, ਗੱਗੇ ਨੂੰ ਸਿਆਰੀ, ਰਾਰਾ ਹਾਹਾ। ਗਰਾ ਮੈਨੂੰ ਹੁੰਦਾ ਗੰਢ, ਗੰਢ ਬੰਨ ਲੈਣੀ, ਇਹਨੂੰ ਗਰਾਹ ਬੋਲਾਂਗੇ, ਗ੍ਰਹਿ ਨਹੀਂ ਬੋਲਣਾ, ਗਰੋਹ ਨਹੀਂ ਬੋਲਣਾ। ਚਾਹੇ ਹਾਹੇ ਨੂੰ ਸਿਆਰੀ ਹੋਵੇ, ਚਾਹੇ ਹਾਹੇ ਨੂੰ ਔਂਕੜ ਹੋਵੇ, ਚਾਹੇ ਹਾਹਾ ਮੁਕਤਾ ਹੋਵੇ, ਇਦੋਂ ਪਹਿਲੇ ਅੱਖਰ ਨੂੰ ਕੰਨਾ ਲਾ ਕੇ ਹੀ ਉਚਾਰਨ ਕਰਨਾ, ਸ਼ਬਦ ਕੋਈ ਵੀ ਹੋਵੇ। ਇਸ ਤਰ੍ਹਾਂ ਦਾ ਗਿਰਫਤਰਾ, ਗਿਰਫਤਰਾ, ਇਹਨੂੰ ਸੁਬਾਹ ਆਪਾਂ ਬੋਲਦੇ ਹਾਂ, ਸੁਬਾਹ ਸਵੇਰੇ, ਹਾਂਜੀ, ਇਹਨੂੰ ਸੁਬਾਹ ਨਹੀਂ ਬੋਲਦੇ, ਸੁਬਾਹ। ਇਸ ਤਰ੍ਹਾਂ ਆਪਾਂ ਬੋਲਦੇ ਹਾਂ ਕਤਰਾ, ਮੈਨੂੰ ਕਤਰਾ, ਕਤਰਾ ਮੈਨੂੰ ਹੁੰਦਾ ਭੋਰਾ, ਬਿਲਕੁਲ ਥੋੜਾ ਜਿਹਾ ਕਤਰਾ। ਇਹ ਕਤਰਾ ਫਾਰਸੀ ਦਾ ਅੱਖਰ ਹੈ, ਲਿਖਿਆ ਜਾਂਦਾ ਹੈ ਕੱਕਾ ਤੱਤਾ ਰਾਰਾ ਹਾਹਾ, ਇਹਨੂੰ ਕਤਰਾ ਹੀ ਨਹੀਂ ਬੋਲਣਾ, ਕਤਰਾ। ਤੇ ਇਸ ਤਰ੍ਹਾਂ ਇਹਨਾਂ ਤਿੰਨਾਂ ਸ਼ਬਦਾਂ ਦੇ ਉਚਾਰਨ ਦੱਸੇ ਨੇ। ਮੇਰਾ ਖਿਆਲ ਹੈ ਇਸ ਜਿਹੜਾ ਸਵਾਲ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਮਝ ਆ ਗਈ ਹੋਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਜਗੀਰ ਸਿੰਘ ਜੀ, ਇੱਕ ਸਵਾਲ ਹੋਰ ਨਾਲ ਹੀ ਆਇਆ, ਗੱਗੇ ਨੂੰ ਅੰਕੜ, ਨੰਨਾ ਹਾਹੇ ਨੂੰ ਬਿਹਾਰੀ। ਗੱਗੇ ਨੂੰ ਅੰਕੜ, ਨੰਨਾ ਹਾਹੇ ਨੂੰ ਬਿਹਾਰੀ, ਇਹਦਾ ਉਚਾਰਨ ਕੀ ਹੋਏਗਾ? ਗਰੁੱਪ ਚੈਟ ਵਿੱਚ ਕਰ ਰਿਹਾ ਕੁਝ। ਗੱਗੇ ਨੂੰ ਅੰਕੜ, ਨੰਨਾ ਹਾਹਾ ਹੈ ਜੀ, ਹਾਹੇ ਨੂੰ ਬਿਹਾਰੀ। ਹਾਂਜੀ ਵੀਰ ਜੀ, ਸਾਨੂੰ ਪਹਿਲਾਂ ਨਾ ਦੇਖਣਾ ਪਏਗਾ ਵੀ ਇਹ ਸ਼ਬਦ ਫਾਰਸੀ ਦਾ ਹੈਗਾ ਜਾਂ ਸੰਸਕ੍ਰਿਤ ਦਾ। ਜੇ ਇਹਦਾ ਅਰਥ ਹੈਗਾ ਗੁਣੇ, ਗੁਣ, ਤਾਂ ਇਹਨੂੰ ਗੁਣੇ ਪਾਠ ਕਰਾਂਗੇ। ਜੇ ਇਹਦਾ ਅਰਥ ਹੈਗਾ ਪਾਪ, ਫਿਰ ਇਹਨੂੰ ਗੁਣਾ ਪਾਠ ਕਰਾਂਗੇ। ਇਹਦੇ ਦੋ ਉਚਾਰਨ ਨੇ। ਫਿਰ ਉਹ ਕਿਹੜੀ ਪੰਕਤੀ ਦੇ ਵਿੱਚ ਆਇਆ, ਪੂਰੀ ਪੰਕਤੀ ਬੋਲਣੀ ਪਊਗੀ। ਫਿਰ ਉਹ ਪੂਰੀ ਪੰਕਤੀ ਦੇ ਅਸੀਂ ਅਰਥ ਕਰਾਂਗੇ। ਫਿਰ ਉਹ ਦੇਖਾਂਗੇ ਵੀ ਸੰਸਕ੍ਰਿਤ ਦਾ ਸ਼ਬਦ ਹੈ ਜਾਂ ਇਹ ਫਾਰਸੀ ਦਾ ਸ਼ਬਦ ਹੈ। ਜੇ ਸੰਸਕ੍ਰਿਤ ਦਾ ਸ਼ਬਦ ਹੈ ਫਿਰ ਇਹਨੂੰ ਗੁਣਾ ਪੜਾਂਗੇ, ਜੇ ਇਹ ਫਾਰਸੀ ਦਾ ਅੱਖਰ ਹੈ ਫਿਰ ਇਹਨੂੰ ਗੁਣਾ ਪੜਾਂਗੇ। ਠੀਕ, ਸ਼ੁਕਰੀਆ ਜੀ। ਫਰੀਦ ਸਾਹਿਬ ਦੀ ਫਰੀਦ ਜੀ ਦੇ ਸ਼ਲੋਕਾਂ ਦੇ ਵਿੱਚ ਆਂਦੀ ਹੈ ਪੰਕਤੀ, ਗੁਣੀ ਭਰਿਆ ਮੈਂ ਫਿਰ ਪੜਨਾ ਪਏਗਾ। ਉੱਥੇ ਸਪੈਲਿੰਗ ਹੈਗਾ ਗੱਗੇ ਨੂੰ ਔਂਕੜ, ਗੁਣੀ ਭਰਿਆ, ਉੱਥੇ ਗੁਣਾ ਪੜਾਂਗੇ ਜੀ। ਹਾਂ, ਉਸੇ ਗੁਣਾ ਪੜਾਂਗੇ ਜੀ। ਗੁਣਾ ਮੈਨੇ ਪਾਪ। ਉਹ ਸਮਝ ਨਹੀਂ ਲੱਗਿਆ ਜੀ। ਬਿਹਾਰੀ ਹੈ। ਜਗੀਰ ਸਿੰਘ ਜੀ ਨੇ ਬੜੇ ਹੀ ਵਿਸਥਾਰ ਨਾਲ ਦੱਸਿਆ, ਔਰ ਮੈਂ ਬੇਨਤੀ ਕਰਦੇ ਹਾਂ ਸਾਧ ਸੰਗਤ ਜੀ ਕਿ ਅਸੀਂ ਜਿਸ ਵੇਲੇ ਵੱਖ-ਵੱਖ ਪਾਠੀ ਸਾਹਿਬਾਨਾਂ ਤੋਂ ਜਾਂ ਕੀਰਤਨੀ ਸਾਹਿਬਾਨ ਜਿਹੜੇ ਨੇ ਉਹਨਾਂ ਤੋਂ ਕੀਰਤਨ ਸੁਣਦੇ ਹਾਂ ਤਾਂ ਬੜੇ ਅੱਖਰ ਨੇ ਜਿਨ੍ਹਾਂ ਦੇ ਉਚਾਰਨ 'ਚ ਭੇਦ ਆ ਜਾਂਦਾ ਹੈ, ਕੋਈ ਕਿਸੇ ਤਰ੍ਹਾਂ, ਕੋਈ ਕਿਸ ਤਰ੍ਹਾਂ। ਸੰਗਤ ਵਿੱਚ ਇਹਦੇ 'ਚ ਕਨਫਿਊਜ਼ ਹੋਣਾ ਲਾਜ਼ਮੀ ਹੈ, ਨੈਚੁਰਲ ਹੈ। ਪਰ ਸਤਿਗੁਰੂ ਜੀ ਕਿਰਪਾ ਕਰਨ, ਅਸੀਂ, ਮੈਂ ਤੇ ਹਰ ਵਾਰੀ ਬੇਨਤੀ ਕਰਦਾ ਵੀ ਸਾਡੇ 'ਚ ਇੱਕ ਸੁਰਤਾ ਹੋਵੇ, ਇੱਕ ਸਾਰਤਾ ਹੋਵੇ ਸਿੱਖ ਕੌਮ ਵਿੱਚ, ਤਾਂ ਹੀ ਉਹ ਗੱਲ ਬਣੇ। ਪਰ ਖੈਰ, ਜਿੱਥੋਂ ਤੱਕ ਸਾਡੇ ਇਸ ਪਲੇਟਫਾਰਮ ਦਾ ਸੰਬੰਧ ਹੈ, ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨੂੰ ਵਿਚਾਰ ਕੇ ਹਰੇਕ ਅੱਖਰ ਨੂੰ ਵੀ ਉਹਦਾ ਉਚਾਰਨ ਕਿਹੋ ਜਿਹਾ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਅੱਜ ਵੀਰ ਜਗੀਰ ਸਿੰਘ ਜੀ ਨੇ ਇਹ ਬੜੇ ਵਿਸਥਾਰ ਸਹਿਤ ਸਾਨੂੰ ਦੱਸਿਆ। ਤੋਂ ਖਾਸ ਕਰਕੇ ਜਿਹੜਾ ਹਾਹਾ ਅੱਖਰ ਹੈ, ਇਹਦੇ ਉਚਾਰਨ ਨਾਲ ਕਾਫੀ ਸ਼ੰਕੇ ਜਿਹੜੇ ਨੇ ਉਹ ਪੈਦਾ ਹੁੰਦੇ ਨੇ, ਕਿਉਂਕਿ ਇਹਨਾਂ ਦੇ ਉਚਾਰਨ 'ਚ ਆਮ ਤੌਰ 'ਤੇ ਜਿਵੇਂ ਵੀਰ ਜੀ ਨੇ ਦੱਸਿਆ, ਐੜਾ ਲੱਲਾ ਹਾਹਾ, ਆਪਾਂ ਨੂੰ ਅੱਲਾ ਹੀ ਬੋਲਣਾ। ਪਰ ਤੁਸੀਂ ਦੇਖਿਆ ਹੋਣਾ ਵੀ ਕਈ ਅੱਲਾ, ਕਈ ਅੱਲੋ, ਇਹ ਪੜ੍ਹਿਆ ਜਾਂਦਾ ਹੈ। ਤੇ ਇਸ ਕਰਕੇ ਸਾਨੂੰ ਦੇਖਣਾ ਚਾਹੀਦਾ, ਪਰ ਜਿਹੜੀ ਗੱਲ ਸਹੀ ਹੈ ਅਸੀਂ ਉਹਨੂੰ ਫੋਲੋ ਕਰੀਏ। ਤਾਂ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ, ਉਹਨਾਂ ਨੇ ਪੂਰੀ ਦਲੀਲ ਦੇ ਨਾਲ ਦੱਸਿਆ ਕਿ ਇਹਨੂੰ ਕਿਸ ਤਰ੍ਹਾਂ ਆਪਾਂ ਪੜ੍ਹਨਾ। ਧੰਨਵਾਦ। ਤੋਂ ਆਓ ਸਾਧ ਸੰਗਤ ਜੀ, ਸਮਾਂ ਦੌੜ ਰਿਹਾ ਹੈ, ਅਸੀਂ ਆਪਣੇ ਅਗਲੇ ਸਵਾਲਾਂ ਵੱਲ ਚੱਲਦੇ ਹਾਂ। ਅਗਲਾ ਸਵਾਲ ਸਾਧ ਸੰਗਤ ਜਿਹੜਾ ਹੈ ਉਹ ਆਪਾਂ ਪਿੱਛੇ ਕੁਝ ਵਿਚਾਰ ਚੱਲ ਰਹੀ ਸੀ 2 ਦਿਨ ਪਹਿਲਾਂ, ਲਾਸਟ ਵੀਕ 'ਚ, ਤੇ ਉਹਦੇ ਵਿੱਚ ਆਇਆ ਸੀਗਾ ਜਿਸ ਵੇਲੇ ਰਹਿਤ ਮਰਿਆਦਾ ਦੀ ਗੱਲ ਆਈ ਤੇ ਵੀਰ ਹਰਜੀਤ ਸਿੰਘ ਜੀ ਕਿਸੇ ਸਵਾਲ ਦਾ ਜਵਾਬ ਦੇ ਰਹੇ ਸਨ। ਤੇ ਉਹਦੇ ਵਿੱਚ ਸੀਗਾ ਕਿ ਕਿਹੜੀਆਂ ਜਿਹੜੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਮਰਿਆਦਾ ਦੀ ਉਲੰਘਣਾ ਸਮਝੀ ਜਾਂਦੀ ਹੈ, ਔਰ ਜਿਨ੍ਹਾਂ ਨੂੰ ਤਨਖਾਹੀਆ ਕਰਾ ਦਿੱਤਾ ਜਾ ਸਕਦਾ ਜਾਂ ਗਲਤ ਕਿਹਾ ਜਾਂਦਾ ਮਰਿਆਦਾ ਅਨੁਸਾਰ। ਉਹਦੇ ਵਿੱਚ ਇੱਕ ਲਫ਼ਜ਼ ਆਇਆ ਸੀਗਾ ਕਿ ਕੇਸਾਂ ਦਾ ਰੰਗਣਾ, ਕਿਉਂਕਿ ਕੇਸ ਜਿਹੜੇ ਨੇ ਇਹ ਤਾਂ ਵਾਹਿਗੁਰੂ ਦੀ ਗਿਫਟ ਹੈ। ਠੀਕ ਹੈ ਜੀ। ਕੇਸਾਂ ਦੀ ਜਿਹੜੀ ਸਾਡੇ ਸਰੀਰ ਦੇ ਵੱਖ-ਵੱਖ ਹਿੱਸਿਆਂ ਤੇ ਜਿੱਥੇ ਵੀ ਇਹ ਰੋਮ ਜਾਂ ਕੇਸ ਹੈਗੇ ਨੇ, ਇਹ ਵਾਹਿਗੁਰੂ ਜੀ ਦੇ ਆਪਣੇ ਹੁਕਮ ਅਨੁਸਾਰ ਹੈ ਵੀ ਕਿਸੇ ਨੂੰ ਉਹਦੀ ਸਪਲਾਈ ਲੰਬੀ ਹੈ, ਕਿਸੇ ਨੂੰ ਸ਼ਾਰਟ ਹੈ, ਕਿਸੇ ਨੂੰ ਥੋੜੀ ਹੈ, ਬਹੁਤੀ ਹੈ, ਇਹ ਤਾਂ ਵਾਹਿਗੁਰੂ ਜੀ ਜਾਣਦੇ ਨੇ। ਇਸੇ ਤਰ੍ਹਾਂ ਕੋਈ ਐਸੇ ਵੀ ਪੁਰਸ਼ ਨੇ ਜਿਨ੍ਹਾਂ ਨੇ 80-90 ਸਾਲ ਤੱਕ ਜਾ ਕੇ ਵੀ ਉਹਨਾਂ ਦੇ ਜਿਹੜੇ ਕੇਸਾਂ ਦੀ ਰੰਗਤ ਹੈ ਉਹ ਤਕਰੀਬਨ ਬਦਲਦੀ ਨਹੀਂ ਹੈ, ਥੋੜੀ ਬਦਲਦੀ ਹੈ, ਕਈਆਂ ਦੀ ਬੜੀ ਜਲਦੀ ਬਦਲ ਜਾਂਦੀ ਹੈ। ਇਹ ਤਾਂ ਸਾਰਾ ਵਾਹਿਗੁਰੂ ਜੀ ਦੇ ਆਪਣੇ ਵਿਧਾਨ ਦੇ ਅਨੁਸਾਰ ਹੈ। ਪਰ ਮਨੁੱਖ ਕਈ ਤਰ੍ਹਾਂ ਦੀ ਕੋਸ਼ਿਸ਼ ਕਰਦਾ ਹੈ। ਤੇ ਉਹਦੇ 'ਚ ਲਿਖਿਆ ਸੀ ਕਿ
ਕੇਸਾਂ ਦਾ ਰੰਗਣਾ ਜਿਹੜਾ ਇਹ ਵੀ ਮਨਾਹੀ। ਉਹਦੇ ਤੋਂ ਸਾਨੂੰ ਇੱਕ ਸਵਾਲ ਆਇਆ ਕਿ ਜੇਕਰ ਸਾਡੀਆਂ ਅੱਖਾਂ ਕਮਜ਼ੋਰ ਹੋ ਜਾਂਦੀਆਂ, ਅਸੀਂ ਐਨਕ ਲਵਾ ਲੈਂਦੇ ਹਾਂ, ਸੁਣਨ 'ਚ ਪ੍ਰੋਬਲਮ ਆਵੇ ਅਸੀਂ ਹੀਅਰਿੰਗ ਏਡ ਲਵਾਉਂਦੇ ਹਾਂ, ਤੇ ਜਿਸ ਤਰ੍ਹਾਂ ਅੱਖਾਂ ਜਾਂ ਐਨਕਾਂ ਜਾਂ ਹੀਅਰਿੰਗ ਏਡ ਲੱਗਦੀ ਹੈ, ਕਿਆ ਇਸੇ ਤਰ੍ਹਾਂ ਉਸ ਕੈਟਾਗਰੀ ਵਾਲਾਂ ਨੂੰ ਰੰਗਣਾ ਵੀ ਸ਼ਾਮਲ ਹੋ ਸਕਦਾ ਹੈ ਕਿ ਨਹੀਂ? ਮੈਂ ਇਹਦੇ ਲਈ ਬੇਨਤੀ ਕਰ ਰਿਹਾ ਭੈਣ ਮਨਿੰਦਰ ਕੌਰ ਜੀ ਨੂੰ ਵੀ ਉਹ ਕਿਰਪਾ ਕਰਕੇ ਸਾਨੂੰ ਦੱਸਣ ਵੀ ਆਇਆ ਇਹਦੇ 'ਚ ਵੱਖਰਾ ਕਿ ਇਹ ਵੀ ਉਸੇ ਕੈਟਾਗਰੀ 'ਚ ਆ ਸਕਦਾ ਹੈ। ਹਾਂਜੀ, ਭੈਣ ਮਨਿੰਦਰ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਦੇਖੋ ਕੰਨਾਂ ਨੂੰ ਮਸ਼ੀਨ ਲਾਈ ਜਾ ਸਕਦੀ ਹੈ, ਐਨਕ ਲਾਈ ਜਾ ਸਕਦੀ ਹੈ, ਤਾਂ ਵਾਲ ਕਿਉਂ ਨਹੀਂ ਰੰਗੇ ਜਾ ਸਕਦੇ, ਇਹ ਸਵਾਲ ਹੈ। ਤੇ ਕੰਨਾਂ ਨੂੰ ਮਸ਼ੀਨ ਅਸੀਂ ਤਾਂ ਲਾਉਂਦੇ ਹਾਂ ਜਦੋਂ ਸਾਡੀ ਸੁਣਨ ਦੀ ਸ਼ਮਤਾ ਘੱਟ ਹੋ ਜਾਂਦੀ ਹੈ, ਤੇ ਅੱਖਾਂ ਤੇ ਐਨਕ ਵੀ ਅਸੀਂ ਤਾਂ ਲਗਾਉਂਦੇ ਹਾਂ ਜਦ ਇਹ ਦਿਸਦਾ ਨਹੀਂ ਹੈ, ਤੇ ਸ਼ੌਕੀਆ ਗੋਗਲ ਲਗਾ ਲੈਂਦੇ ਹਾਂ, ਉਹ ਵੀ ਮਤਲਬ ਧੁੱਪ ਤੋਂ ਬਚਾ ਲਈ ਲਾਉਂਦੇ ਹਾਂ। ਤੇ ਇਹ ਇੱਕ ਜ਼ਰੂਰਤ ਹੈ, ਇਹਨਾਂ ਦਾ ਸੰਬੰਧ ਰਹਿਤ ਮਰਿਆਦਾ ਨਾਲ ਨਹੀਂ ਹੈ, ਇਹ ਅਸੀਂ ਪਾਉਂਦੇ ਵੀ ਆਪਣੀ ਜ਼ਰੂਰਤ ਮੁਤਾਬਕ ਹਾਂ। ਅਸੀਂ ਦੇਖਦੇ ਹਾਂ ਕਿ ਚਸ਼ਮਾ ਲਗਾਉਣਾ ਜਾਂ ਹੀਅਰਿੰਗ ਐਡ ਲਗਾਉਣਾ ਕਿਸੇ ਨੂੰ ਪਸੰਦ ਨਹੀਂ ਹੈ, ਇਹ ਲਗਾਉਣਾ ਪੈਂਦਾ ਹੈ। ਪਰ ਕੇਸ ਰੰਗਣਾ ਸਾਡੀ ਮਨ ਦੀ ਕਮਜ਼ੋਰੀ ਹੈ, ਅਸੀਂ ਕੇਸ ਰੰਗਦੇ ਹਾਂ ਉਮਰ ਛੁਪਾਉਣ ਲਈ। ਪਹਿਲਾਂ ਸਾਡੇ ਵਡੇਰੇ ਸ਼ਾਨ ਨਾਲ ਕਹਿੰਦੇ ਸੀ ਕਿ ਕੇਸ ਧੁੱਪ ਵਿੱਚ ਥੋੜੀ ਚਿੱਟੇ ਕੀਤੇ ਹਨ, ਚਿੱਟੇ ਕੇਸ ਸਾਡੇ ਐਕਸਪੀਰੀਅੰਸ ਦੀ ਨਿਸ਼ਾਨੀ ਹਨ। ਹੁਣ ਅਸੀਂ ਸਭ ਕੁਝ ਦਿਖਾਵੇ ਲਈ ਕਰਨ ਲੱਗ ਪਏ ਹਾਂ, ਅੰਦਰੋਂ ਕੁਝ ਤੇ ਬਾਹਰੋਂ ਕੁਝ। ਸਾਡੀ ਜ਼ਿਆਦਾਤਰ ਦੀ ਇਹੀ ਹਾਲਤ ਹੈ, ਮੈਂ ਆਪ ਵੀ ਉਹਨਾਂ ਵਿੱਚੋਂ ਹੀ ਹਾਂ। ਹੁਣ ਤੱਕ ਮੈਂ ਵੀ ਕੇਸ ਰੰਗਦੀ ਸੀ, ਹੁਣੇ ਲਾਕਡਾਊਨ ਵਿੱਚ ਹੀ ਮੈंने ਛੋੜਿਆ ਹੈ। ਤੇ ਹੁਣੇ ਮੈਂ ਵੀਰ ਜੀ ਹੋਰਾਂ ਨੇ ਮੈਨੂੰ ਸਪੈਸ਼ਲ ਇਹ ਵਾਲਾ ਕੁਐਸਚਨ ਦਾ ਜਵਾਬ ਦੇਣ ਵਾਸਤੇ ਬੋਲਿਆ, ਮੈਂ ਉਹਨਾਂ ਦੀ ਧੰਨਵਾਦੀ ਹਾਂ ਕਿ ਮੈਂ ਵੀ ਮਤਲਬ ਦ੍ਰਿੜਤਾ ਨਾਲ ਜੇ ਮੈਂ ਛੋੜਿਆ ਵੇ ਤੇ ਮੈਂ ਇਸ ਨੂੰ ਨਿਭਾ ਸਕਾਂ, ਆਪਣੇ ਉੱਤੇ ਅਮਲ ਕਰ ਸਕਾਂ। ਅਸੀਂ ਸਾਡੇ ਵੀਰਾਂ ਨੂੰ ਵੀ ਦੇਖਦੇ ਹਾਂ ਕਿ ਸਿਰ ਤੇ ਪੱਗ ਜਾਂ ਦਸਤਾਰ ਹੁੰਦੀ ਹੈ, ਇਸ ਲਈ ਸਿਰ ਦੇ ਕੇਸ ਨਹੀਂ ਰੰਗਦੇ, ਛਾਤੀ ਦੇ ਰੋਮ ਵੀ ਚਿੱਟੇ ਹੋ ਜਾਂਦੇ ਹਨ ਤੇ ਉਹ ਵੀ ਨਹੀਂ ਰੰਗਦੇ ਹਨ, ਪਰ ਦਾੜਾ ਜੇ ਚਿੱਟਾ ਹੋ ਜਾਏ ਤੇ ਫਿਰ ਉਸ ਨੂੰ ਰੰਗ ਲੈਂਦੇ ਹਨ। ਤੇ ਉਹੀ ਗੱਲ ਹੈ ਕਿ ਕੇਸਾਂ ਨੂੰ ਰੰਗਣਾ ਦੇਹੀ ਨੂੰ ਸਵਾਰਨਾ ਹੈ, ਜੋ ਕਿ ਗੁਰਮਤ ਅਨੁਸਾਰ ਮਨਮਤ ਹੈ ਨਾ। ਚਸ਼ਮਾ ਪਾਉਣਾ ਦਿਖਾਵਾ ਨਹੀਂ ਹੈ, ਮਜਬੂਰੀ ਹੈ। ਕੰਨ ਵਿੱਚ ਮਸ਼ੀਨ ਲਗਾਣੀ ਵੀ ਮਜਬੂਰੀ ਹੈ, ਪਾਉਣਾ ਕੋਈ ਨਹੀਂ ਚਾਹੁੰਦਾ ਹੈ, ਪਾਉਣਾ ਪੈਂਦਾ ਹੈ। ਇਸੇ ਤਰ੍ਹਾਂ ਕੇਸਾਂ ਨੂੰ ਰੰਗਣਾ ਸਾਡੀ ਮਜਬੂਰੀ ਨਹੀਂ ਹੈ, ਕੇਸਾਂ ਨੂੰ ਰੰਗਣਾ ਦੇਹੀ ਨੂੰ ਸਵਾਰਨਾ ਹੈ, ਜੋ ਕਿ ਗੁਰਮਤ ਅਨੁਸਾਰ ਮਨਮਤ ਹੈ। ਪਰ ਇਸ ਤੇ ਪਹਿਰਾ ਦੇਣ ਲਈ ਦ੍ਰਿੜ ਨਿਸ਼ਚੈ ਦੀ ਲੋੜ ਹੈ। ਮੈਂ ਨਹੀਂ ਕਹਿਣਾ ਚਾਹਾਂਗੀ ਕਿ ਮਰਿਆਦਾ ਅਨੁਸਾਰ ਤੇ ਮਨਾ ਹੈ, ਮੈਂ ਖੁਦ ਵੀ ਉਹਨਾਂ ਵਿੱਚੋਂ ਹੀ ਹਾਂ, ਇਸ ਵਾਸਤੇ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦੀ। ਪਰ ਮੈंने ਵੀ ਵੀਰ ਜੀ, ਮੈਂ ਧੰਨਵਾਦੀ ਹਾਂ ਵੀਰ ਜੀ ਹੋਰਾਂ ਦੀ, ਉਹਨਾਂ ਨੇ ਵੀ ਮੈਨੂੰ ਦ੍ਰਿੜ ਹੋਣੇ ਵਿੱਚ ਮਦਦ ਕੀਤੀ ਹੈ। ਤੇ ਮੈਂ ਆਪ ਵੀ ਨਹੀਂ ਰੰਗਾਂਗੀ ਅੱਗੇ ਤੋਂ, ਤੇ ਮੈਂ ਸੰਗਤਾਂ ਅੱਗੇ ਵੀ ਬੇਨਤੀ ਕਰਨੀ ਹੈ ਕਿ ਸਾਡੀ ਰਹਿਤ ਮਰਿਆਦਾ ਵਿੱਚ ਹੈ ਤੇ ਅਸੀਂ ਇਸ ਦਾ ਪਾਲਣ ਕਰੀਏ। ਇਹ ਸ਼ੌਕੀਆ ਚੀਜ਼ਾਂ ਨੇ ਜਿਹੜੀਆਂ, ਔਰ ਇਹ ਮਰਿਆਦਾ ਹੈ। ਮਰਿਆਦਾ ਵਿੱਚ ਚਸ਼ਮਾ ਪਾਉਣ ਦੀ ਯਾਦ ਨਹੀਂ ਹੈ, ਸਾਡੇ 5 ਕਕਾਰਾਂ ਵਿੱਚੋਂ ਨੇ, ਤੇ ਇਸ ਦੇ ਮਰਿਆਦਾ ਅਨੁਸਾਰ ਇਸ ਨੂੰ ਸਾਨੂੰ ਸੰਭਾਲਣਾ ਚਾਹੀਦਾ ਹੈ, ਇਸ ਤੇ ਪਹਿਰਾ ਦੇਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭੈਣ ਜੀ, ਆਪ ਜੀ ਨੇ ਇਹਦਾ ਉੱਤਰ ਦਿੱਤਾ। ਸਾਥ ਸਾਥ ਮੈਂ ਬੇਨਤੀ ਕਰਦੇ ਹਾਂ ਕਿ ਜਨਮ ਤੋਂ ਲੈ ਕੇ ਜਿਤਨੀ ਵੀ ਕਿਸੇ ਦੀ ਆਯੂ ਹੈ ਸਾਡੀ, ਮਨੁੱਖ ਹਰ ਪਲ ਬਦਲਦਾ ਹੈ। ਜਿਸ ਵੇਲੇ ਸਰੀਰ ਦੇ ਵਿਸ਼ੇ ਤੇ ਲੈਕਚਰ ਹੋਇਆ ਸੀ, ਮੈਂ ਉਹ 'ਚ ਬੇਨਤੀ ਕੀਤੀ ਸੀ ਕਿ ਇਹ ਵਾਹਿਗੁਰੂ ਜੀ ਦਾ ਐਸਾ ਵਿਧਾਨ ਹੈ ਕਿ ਤੁਸੀਂ ਦੱਸੋ, ਸਾਡਾ ਐਕਚੁਅਲੀ ਸਾਡੇ ਸਰੀਰ ਦੇ ਵਿੱਚ ਹਰ ਸਵਾਸ ਨਾਲ ਚੇਂਜ ਆਉਂਦੀ ਹੈ, ਸਾਨੂੰ ਪਤਾ ਨਹੀਂ ਲੱਗਦੀ। ਪਤਾ ਲੱਗਦੀ ਕੁਝ ਚਿਰ ਬਾਅਦ, ਜਿਵੇਂ ਆਪਾਂ ਕਿਸੇ ਨੂੰ 10 ਸਾਲ ਬਾਅਦ ਮਿਲਦੇ ਹਾਂ, ਉਹ ਤੋਂ ਬੜਾ ਬਦਲ ਗਿਆ। ਅਸਲ 'ਚ ਅਸੀਂ ਹਰ ਸਵਾਸ ਬਦਲਦੇ, ਕਿਉਂਕਿ ਸਾਡੀ ਉਮਰ ਹੀ ਇੱਕ ਸਵਾਸ ਦੀ, ਆਮ ਆਦਮੀ ਹੈ, ਇੱਕਦਮ ਇੱਕ ਦਮ ਨਾਲ ਸਾਡਾ ਜਿਹੜਾ ਉਹ ਸਾਡੇ ਸਰੀਰਕ ਚੇਂਜ ਵੀ ਆਉਂਦੀ ਹੈ। ਤੇ ਇਹ ਜਿਹੜੀ ਚੇਂਜ ਆਉਂਦੀ ਹੈ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਆਉਂਦੀ ਹੈ, ਔਰ ਇਹਨੂੰ ਵਾਹਿਗੁਰੂ ਜੀ ਦੇ ਹੁਕਮ ਸਮਝ ਕੇ ਇਹਨੂੰ ਬਿਲਕੁਲ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ। ਪਰ ਕਈ ਵਾਰੀ ਐਸਾ ਵੀ ਹੁੰਦਾ ਕਿ ਪਤਾ ਨਹੀਂ ਕੀ ਮਜਬੂਰੀਆਂ ਨੇ, ਜਾਂ ਮੈਂ ਤਾਂ ਸਮਝਦਾ ਕਈ ਵਾਰੀ ਸਾਡੇ ਵੀਰ ਭੈਣਾਂ ਜਿਹੜੇ ਅੱਜ ਕੱਲ੍ਹ ਤਾਂ ਇੱਕ ਤਾਂ ਇਹ ਹੈ ਨਾ ਵੀ ਕਈ ਇਹ ਕੋਸ਼ਿਸ਼ ਕਰਦੇ ਨੇ ਵੀ ਸਾਡੀ ਉਮਰ ਦਾ ਪਤਾ ਨਾ ਲੱਗੇ, ਅਸੀਂ ਥੋੜੇ ਆਪਣੇ ਕੇਸ ਜਿਹੜੇ ਨੇ ਉਹਨਾਂ ਦਾ ਤਬਦੀਲ ਕਰ ਲਈਏ ਰੰਗ। ਹਾਲਾਂਕਿ ਐਸੀ ਕੋਈ ਗੱਲ ਨਹੀਂ ਹੈ, ਜਿਹੜੀ ਉਮਰ ਹੈ ਉਹ ਤੇ ਪਤਾ ਦੇਸੀ ਪੈਂਦੀ, ਕਿਉਂਕਿ
ਸੱਚ ਜਿਹੜਾ ਉਹ ਤੇ ਕਹਿੰਦੇ ਨੇ 7 ਪਰਦੇ ਪਾੜ ਕੇ ਬਾਹਰ ਆ ਜਾਂਦਾ ਹੈ, ਪਰ ਫਿਰ ਵੀ ਇੱਕ ਆਦਤ ਪੈ ਜਾਂਦੀ ਹੈ ਜਿੱਥੋਂ ਬੰਦਾ ਰਹਿ ਨਹੀਂ ਸਕਦਾ। ਤੇ ਉਹ ਕਾਫੀ ਲੰਬੇਰੀ ਉਮਰ ਦੇ ਜਿਹੜੇ ਨੇ ਉਹ ਵੀ ਵੀਰ ਭੈਣਾਂ ਜਿਹੜੇ ਨੇ ਉਹ ਦਾੜਾ ਜਾਂ ਇਹ ਬਾਕੀ ਜਿਹੜਾ ਕੇਸ ਜਿਹੜੇ ਨੇ ਉਹਨੂੰ ਰੰਗਦੇ ਰਹਿੰਦੇ। ਔਰ ਕੁਝ ਤਾਂ ਅੱਜ ਕੱਲ੍ਹ ਦੇਖੋ ਤੁਸੀਂ ਸਾਧ ਸੰਗਤ ਜੀ, ਵਾਹਿਗੁਰੂ ਜੀ ਨੇ ਦੇਖੋ ਜਿੱਥੇ ਸਾਡੇ ਦੁਨੀਆ ਦੇ ਜਿਤਨੇ ਵੀ ਸ਼ਖਸ ਨੇ ਕਿਸੇ ਇੱਕ ਦੀ ਦੂਜੇ ਨਾਲ ਸ਼ਕਲ ਨਹੀਂ ਮਿਲਦੀ। ਵਾਹਿਗੁਰੂ ਇੱਕ ਐਡਾ ਵੱਡਾ ਕਾਰੀਗਰ ਹੈ, ਇੱਕ ਦੀ ਦੂਜੇ ਨਾਲ ਸ਼ਕਲ ਨਹੀਂ ਮਿਲਦੀ। ਪਰ ਇਸੇ ਤਰ੍ਹਾਂ ਇਹ ਜਿਹੜੇ ਸਾਡੇ ਸਰੀਰ ਦੇ ਵੱਖ-ਵੱਖ ਕਿਰਿਆਵਾਂ ਨੇ ਜਾਂ ਸਰੀਰ ਦੇ ਵੱਖ-ਵੱਖ ਅੰਗ ਨੇ, ਉਹਨਾਂ ਦੇ ਰੰਗਤ ਬਾਰੇ ਜਾਂ ਉਹਨਾਂ ਦੇ ਢੰਗਤ ਬਾਰੇ ਇਹ ਵਾਹਿਗੁਰੂ ਜੀ ਜਾਣਦੇ ਨੇ। ਉਹ ਉਹਨਾਂ ਨੂੰ ਉਹਦੇ ਵਿੱਚ ਹੀ ਸਾਨੂੰ ਉਹਦੀ ਰਜ਼ਾ ਵਿੱਚ ਰਹਿਣਾ ਚਾਹੀਦਾ। ਪਰ ਅੱਜ ਕੱਲ੍ਹ ਤਾਂ ਬਹੁਤ ਸਾਰੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਨੇ ਉਹ ਤੇ ਫੈਸ਼ਨ ਕਰਕੇ ਹੀ ਬੜੇ ਰੰਗ ਬਰੰਗੇ ਜਿਹੜੇ ਨੇ ਆਪਣੇ ਵਾਲਾਂ ਨੂੰ ਕਰਦੇ ਨੇ। ਖੈਰ ਮੈਂ ਉਸ ਪਾਸੇ ਨਹੀਂ ਜਾਂਦਾ, ਉਹਨਾਂ ਦਾ ਆਪਣਾ ਵਿਸ਼ਾ, ਜੋ ਕਰਨ ਉਹਨਾਂ ਨੂੰ ਮੁਬਾਰਕ ਹੈ। ਪਰ ਮਰਿਆਦਾ ਅਨੁਸਾਰ ਸਾਨੂੰ ਵਾਹਿਗੁਰੂ ਜੀ ਦੇ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ। ਤੇ ਇਸ ਗੱਲੋਂ ਨਹੀਂ ਘਬਰਾਉਣਾ ਚਾਹੀਦਾ ਕਿ ਹੁਣ ਮੇਰੇ ਜਿਹੜੇ ਕੇਸ ਨੇ ਇਹ ਅਗਰ ਸਫੇਦ ਹੋ ਰਹੇ ਨੇ ਤਾਂ ਇਹ ਤੋਂ ਸਾਨੂੰ ਕਮਜ਼ੋਰੀ ਨਹੀਂ, ਇਹ ਤੋਂ ਚੜ੍ਹਦੀ ਕਲਾ। ਭੈਣ ਜੀ ਨੇ ਇਸ਼ਾਰਾ ਦਿੱਤਾ, ਇਹ ਚੜ੍ਹਦੀ ਕਲਾ ਹੋਣੀ ਚਾਹੀਦੀ ਕਿ ਜਿਸ ਵੇਲੇ ਤੁਹਾਡੇ ਕੇਸ ਸਫੇਦ ਨੇ, ਪਤਾ ਲੱਗਦਾ ਵੀ ਹਾਂ ਇਹ ਹੁਣ ਮੈਚੁਰਡ ਹੈ, ਇਹ ਹੁਣ ਬੱਚਾ ਨਹੀਂ ਹੈ, ਇਹ ਸਿਆਣਾ ਹੋ ਗਿਆ। ਔਰ ਸਾਡੇ ਪੰਜਾਬੀ ਬੋਲੀ ਵਿੱਚ ਤਾਂ, ਇਹ ਸਾਡੇ ਦੁਆਬੇ ਦੀ ਬੋਲੀ ਵਿੱਚ ਤਾਂ ਬਜ਼ੁਰਗ ਨੂੰ ਸਿਆਣਾ ਕਹਿੰਦੇ ਵੀ ਇਹ ਸਿਆਣਪ ਵੱਧ ਰਹੀ ਹੈ। ਇਸ ਕਰਕੇ ਜਿਹੜੀ ਸਿਆਣਪ ਵੱਧ ਰਹੀ ਹੈ, ਬਜ਼ੁਰਗੀ ਹੈ, ਇਹ ਸਾਡਾ ਇੱਕ ਪਲੱਸ ਪੁਆਇੰਟ ਹੋਣਾ ਚਾਹੀਦਾ ਹੈ, ਇਹ ਸਾਡੀ ਵੀਕਨੈਸ ਨਹੀਂ। ਦੇਖੋ ਮੈਂ ਬੇਨਤੀ ਕਰਦਾ ਹੁੰਦਾ ਵੀ ਲੋਕੀ ਅਰਦਾਸਾਂ ਕਰਾਉਂਦੇ ਨੇ ਜੀ ਲੰਬੀ ਉਮਰ ਹੋਵੇ, ਤੇ ਜਿਸ ਵੇਲੇ ਉਮਰ ਲੰਬੀ ਹੁੰਦੀ ਹੈ, ਲੰਬੀ ਉਮਰ ਦੇ ਨਾਲ ਉਹਦੀਆਂ ਲੰਬੀਆਂ ਅਲਾਮਤਾਂ ਵੀ ਆਣੀਆਂ ਨੇ। ਫਿਰ ਇਸ ਉੱਤੇ ਕਿਉਂ ਘਬਰਾਉਂਦੇ ਆ? ਕੋਈ ਝੁਰੜੀਆਂ ਤੋਂ ਘਬਰਾਉਂਦਾ ਹੈ ਤੇ ਕੋਈ ਵਾਲਾਂ ਦੇ ਰੰਗ ਤੋਂ ਘਬਰਾਉਂਦਾ। ਘਬਰਾਉਣਾ ਨਹੀਂ ਚਾਹੀਦਾ। ਵਾਹਿਗੁਰੂ ਜੀ ਦੀਆਂ ਦਿੱਤੀਆਂ ਦਾਤਾਂ ਦਾ ਆਨੰਦ ਮਾਣੋ, ਖੁਸ਼ੀ ਔਰ ਚੜ੍ਹਦੀ ਕਲਾ ਦਾ ਜੀਵਨ ਜਿਹੜਾ ਬਤੀਤ ਕਰਨਾ ਚਾਹੀਦਾ। ਤਾਂ ਇਹ ਸਵਾਲ ਜਿਹੜਾ ਇਹ ਡਾਕਟਰ ਕਿਰਪਾਲ ਸਿੰਘ ਜੀ ਵੱਲੋਂ USA ਤੋਂ ਆਇਆ ਸੀ, ਉਮੀਦ ਹੈ ਵੀ ਉਹਨਾਂ ਨੂੰ ਇਸ ਦਾ ਉੱਤਰ ਜਿਹੜਾ ਉਹ ਮਿਲ ਗਿਆ। ਫਿਰ ਵੀ ਇਹਦੇ 'ਚ ਕੋਈ ਹੋਰ ਸ਼ੱਕ ਸ਼ੁਬਾ ਸ਼ੰਕਾ ਵੀਰ ਜੀ ਦਾ ਜਾਂ ਕਿਸੇ ਹੋਰ ਸੰਗਤ ਦੇ ਮੈਂਬਰ ਦਾ ਹੋਵੇ ਤੇ ਕਿਰਪਾ ਕਰਕੇ ਜ਼ਰੂਰ ਦੱਸਣ ਦੀ ਕਿਰਪਾਲਤਾ ਕਰਨੀ ਜੀ। ਧੰਨਵਾਦ। ਆਓ ਸਾਧ ਸੰਗਤ ਜੀ ਆਪਾਂ ਅਗਲਾ ਸਵਾਲ ਕਰਦੇ ਹਾਂ। ਅਗਲਾ ਸਵਾਲ ਫਿਰ ਉਚਾਰਨ ਬਾਰੇ ਹੈ। ਸ਼ਬਦ ਹੁੰਦਾ ਨੰਨਾ ਚੱਚਾ। ਮੈਂ ਰਿਪੀਟ ਕਰ ਰਿਹਾ, ਸ਼ਬਦ ਆਉਂਦਾ ਨੰਨਾ ਚੱਚਾ। ਇਹਦਾ ਉਚਾਰਨ ਕਿਸ ਤਰ੍ਹਾਂ ਕਰਨਾ ਹੈ? ਮੈਂ ਬੇਨਤੀ ਕਰ ਰਿਹਾ ਵੀਰ MP ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਦੱਸਣ ਵੀ ਇਹ ਜਿਹੜਾ ਸ਼ਬਦ ਹੈ ਨੰਨਾ ਚੱਚਾ, ਇਹਦਾ ਉਚਾਰਨ ਕਿਵੇਂ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਲਫ਼ਜ਼ ਹੈ ਨੰਨਾ ਤੇ ਚੱਚਾ, ਜਿਹਨੂੰ ਆਮ ਤੌਰ ਤੇ ਪਾਠ ਵਿੱਚ ਲੋਕ ਨੱਚ ਉਚਾਰਨ ਕਰਦੇ ਹਨ, ਇਹ ਬਹੁਤਾ ਕਰਕੇ ਆਇਆ ਹੈ ਸੰਸਕ੍ਰਿਤੀ ਸ਼ਲੋਕਾਂ ਦੇ ਵਿੱਚ। ਤੇ ਸੰਸਕ੍ਰਿਤੀ ਦਾ ਜੋ ਮੂਲ ਹੈ ਉਹ ਸੰਸਕ੍ਰਿਤ ਭਾਸ਼ਾ ਤੋਂ ਹੀ ਆਇਆ ਹੈ। ਸੰਸਕ੍ਰਿਤ ਦੇ ਨਿਯਮ ਦੇ ਅਨੁਸਾਰ ਚੱਚੇ ਅੱਖਰ ਦਾ ਅਰਥ ਹੁੰਦਾ ਹੈ ਅਤੇ, ਜਾਂ ਇੰਗਲਿਸ਼ ਵਿੱਚ ਕਹਿ ਲਓ ਤੇ ਐਂਡ। ਸੋ ਮਹਾਨ ਕੋਸ਼ ਵਿੱਚ ਵੀ ਇਸੇ ਲਫ਼ਜ਼ ਦਾ ਜੋ ਉਚਾਰਨ ਹੈ ਉਹ ਲਿਖਿਆ ਹੋਇਆ ਨਾ ਵੱਖਰਾ ਤੇ ਚ ਵੱਖਰਾ ਪੜਨਾ ਹੈ। ਤਾਂ ਨਹੀਂ ਅਤੇ ਮੈਂ ਕੋਸ਼ਿਸ਼ ਕਰਦਾ ਕਿ ਇੱਕ ਦੋ ਪੰਕਤੀਆਂ ਆਪ ਜੀ ਦੇ ਸਾਹਮਣੇ ਅਗਰ ਜੇ ਡਿਸਪਲੇ ਹੋ ਸਕਣ। ਨਹੀਂ ਤਾਂ ਸੰਸਕ੍ਰਿਤੀ ਸ਼ਲੋਕਾਂ ਦਾ ਆਪ ਜਦੋਂ ਵੀ ਪਾਠ ਕਰੋਗੇ ਉੱਥੇ ਨੱਚ ਲਫ਼ਜ਼ ਜਿਹੜਾ ਬਾਰ-ਬਾਰ ਆਉਂਦਾ ਹੈ, ਪਰ ਇਹਦਾ ਉਚਾਰਨ ਜੋ ਹੈ ਨੰਨਾ ਤੇ ਚੱਚਾ ਨਾ ਚ ਕਰਕੇ ਕਰਨਾ ਚਾਹੀਦਾ ਹੈ, ਨੱਚ ਨਹੀਂ ਪੜਨਾ। ਮੈਂ ਬੇਨਤੀ ਕਰਾਂਗਾ ਕਿ ਅਗਲਾ ਸਵਾਲ ਵੀਰ ਜੀ ਲੈ ਲੈਣ, ਜੇ ਮੈਂ ਡਿਸਪਲੇ ਕਰਾ ਸਕਿਆ ਤੇ ਪੰਕਤੀ ਡਿਸਪਲੇ ਕਰਵਾ ਦਿਆਂਗਾ। ਠੀਕ ਹੈ ਜੀ। ਤੋ ਵੀਰ ਜੀ ਨੇ ਦੱਸਿਆ ਨਾ ਚਾ, ਨਾ ਮੈਨੇ ਨੰਨਾ ਨਾ ਲਈ ਤੇ ਚਾ ਅਤੇ ਨਾ ਚਾ, ਨੱਚ ਨਹੀਂ ਪੜਨਾ ਨਾ ਚਾ। ਤੇ ਹੁਣੇ ਉਹ ਸਲਾਈਡ ਤੇ ਕੁਝ ਦਿਖਾਉਣਗੇ। ਇਨ ਦੀ ਮੀਨ ਟਾਈਮ ਆਪਾਂ ਅਗਲਾ ਸਵਾਲ ਜਿਹੜਾ ਲੈ ਲੈਂਦੇ ਹਾਂ। ਅਗਲਾ ਸਵਾਲ ਰਾਜਾ ਸਿੰਘ ਜੀ, ਰਾਜਾ ਸਿੰਘ ਜੀ, ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿਵੇਂ ਤੁਸੀਂ ਹੁਣੇ ਦੱਸ ਹੀ ਰਹੇ ਸਗੋਂ ਕਰਦੀ ਹੈ ਕਿ ਜੇ ਜਰਵਾਨਾ ਪਰ ਹਰੈ ਜਰਵੇਸ ਕਰਿੰਦੀ ਆਈਏ ਕੋ ਰਹਿ ਨਾ ਭਰੀਏ ਪਾਈਏ, ਕਿ ਜੇ ਕੋਈ ਜੀਵ ਬੁਢੇਪੇ ਨੂੰ ਪਰੇ ਹਟਾਉਣਾ ਚਾਹੇ, ਭਾਵ ਬੁਢੇਪੇ ਤੋਂ ਬਚਣਾ ਚਾਹੇ, ਤਾਂ ਇਹ ਯਤਨ ਫਜ਼ੂਲ ਹੈ। ਬੁਢੇਪਾ ਵੇਸ ਧਾਰ ਕੇ ਆ ਹੀ ਜਾਂਦਾ ਹੈ। ਭਾਵ ਕਦੀ ਕੇਸ ਚਿੱਟੇ ਹੋ ਜਾਂਦੇ ਨੇ, ਕਦੀ ਅੱਖਾਂ ਕਮਜ਼ੋਰ ਹੋ ਜਾਂਦੀਆਂ ਨੇ, ਕਦੀ ਦੰਦ ਡਿੱਗਣੇ ਸ਼ੁਰੂ ਹੋ ਜਾਂਦੇ ਨੇ, ਕਦੀ ਬੋਲ ਥਿੜਕਣ ਲੱਗ ਪੈਂਦਾ, ਕਦੀ ਬੰਦਾ ਆਪ ਥਿੜਕਣ ਲੱਗ ਪੈਂਦਾ। ਮੈਂ ਐਸੇ 80 ਸਾਲਾਂ ਦੇ ਬੰਦੇ ਦੇਖੇ ਨੇ ਜਿਨ੍ਹਾਂ ਨੇ ਬਿਲਕੁਲ ਦਾੜੀ ਆਪਣੀ ਜਿਹੜੀ ਹੈ ਉਹ ਕਾਲੀ ਕੀਤੀ ਹੋਈ ਹੈ, ਲੇਕਿਨ ਪੌੜੀਆਂ ਚੜ੍ਹਨ ਲੱਗਿਆ ਉਹਨਾਂ ਨੂੰ ਕਿਸੇ ਦਾ ਸਹਾਰਾ ਚਾਹੀਦਾ ਕਿ ਉੱਪਰ ਚੜ੍ਹ ਜਾਣ। ਤੇ ਉਹ ਕੋਈ ਉਹਨੂੰ ਵੇਖ ਕੇ ਕੀ ਕਹੇਗਾ ਵੀ ਇਹ ਤੇ ਜਵਾਨ ਜਾ ਰਿਹਾ, ਮੈਂ ਇਹਦੀ ਹੈਲਪ ਕਿਉਂ ਕਰਾਂ।
ਤੋ ਇਹ ਆਸਾ ਦੀ ਵਾਰ ਵਿੱਚ ਵੀ ਸਤਿਗੁਰੂ ਨੇ ਸਾਨੂੰ ਸੁਚੇਤ ਕੀਤਾ ਹੋਇਆ ਠੀਕ ਹੈ, ਤੇ ਇਹ ਵੀ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ। ਬਿਲਕੁਲ ਠੀਕ ਹੈ। ਜੇ ਜਰਵਾਣਾ ਪਰ ਹੈ ਜਰ ਵੇਸ ਕਰਿੰਦੀ ਆਈ। ਸਾਥ ਸਾਥ ਮੈਂ ਬੇਨਤੀ ਕਰਦੇ ਹਾਂ ਕਿ ਜਿਸ ਵੇਲੇ ਬੰਦੇ ਦਾ ਬਚਪਨ ਹੁੰਦਾ ਹੈ ਨਾ, ਬਚਪਨ ਨੂੰ ਜਵਾਨੀ ਜਿੱਤ ਲੈਂਦੀ। ਬੰਦਾ ਜਵਾਨ ਹੋ ਜਾਂਦਾ, ਬਚਪਨ ਖਤਮ ਹੋ ਜਾਂਦਾ। ਜਿਸ ਵੇਲੇ ਜਵਾਨ ਹੈ, ਜਿਸ ਵੇਲੇ ਬੁਢਾਪਾ ਆਉਂਦਾ ਤੇ ਬੁਢਾਪਾ ਜਵਾਨੀ ਨੂੰ ਜਿੱਤ ਲੈਂਦਾ। ਪਰ ਬੁਢਾਪਾ ਇੱਕ ਐਸੀ ਉਮਰ ਹੈ ਜਿਹਨੂੰ ਕੋਈ ਨਹੀਂ ਜਿੱਤ ਸਕਦਾ। ਬੁਢਾਪਾ ਜਿਹੜਾ ਐਂਡ ਤੱਕ ਰਹਿੰਦਾ। ਇਸ ਕਰਕੇ ਇਹ ਤਾਂ ਬੜੀ ਬਲਵਾਨ ਅਵਸਥਾ ਹੈ। ਇਹ ਤੇ ਸਾਨੂੰ ਮਾਣ ਹੋਣਾ ਚਾਹੀਦਾ। ਜਿਹੜੇ ਇਹ ਮਤਲਬ ਸਾਨੂੰ ਇਹਦੀ ਹੀਣ ਭਾਵਨਾ ਨਹੀਂ ਹੋਣੀ ਚਾਹੀਦੀ। ਹੁਣ ਬੁੱਢਾ ਤੇ ਮਤਲਬ ਚੰਗਾ ਕਿ ਇਹਦਾ ਤਜਰਬਾ ਜ਼ਿਆਦਾ ਹੈ, ਇਹਨੇ ਦੁਨੀਆ ਜ਼ਿਆਦਾ ਦੇਖੀ ਹੈ। ਇਸ ਕਰਕੇ ਇਹ ਜਿਹੜਾ ਮਹਾਰਾਜ ਨੇ ਬਾਣੀ 'ਚ ਦੱਸਿਆ, ਆਸਾ ਕੀ ਵਾਰ ਤੋਂ ਮੇਰੇ ਵੀਰ ਜੀ ਨੇ ਦੱਸੀ ਹੈ ਤੇਜਿੰਦਰ ਸਿੰਘ ਨੇ, ਜੇ ਜਰਵਾਣਾ ਪਰ ਹਰਾ ਜਰਵੇਸ ਕਰਿੰਦੀ ਆਈ ਹੈ। ਸੋ ਇਹ ਜਿਹੜਾ ਜਰਵਾਣਾ ਇਹ ਜਿਹੜਾ ਸਾਡਾ ਬੁਢਾਪਾ ਹੈ, ਇਹ ਤਾਂ ਸਭ ਤੋਂ ਤਾਕਤਵਰ ਅਵਸਥਾ ਹੈ। ਆਪਾਂ ਇਹਨੂੰ ਪੋਜ਼ਿਟਿਵ ਸੈਂਸ ਵਿੱਚ ਲਈਏ, ਸਭ ਤੋਂ ਤਾਕਤਵਰ ਅਵਸਥਾ ਹੈ। ਮੈਂ ਰਿਪੀਟ ਕਰ ਰਿਹਾ ਕਿ ਬਚਪਨ ਨੂੰ ਜਵਾਨੀ ਨੇ ਜਿੱਤ ਲਿਆ, ਜਵਾਨੀ ਨੂੰ ਬੁਢਾਪੇ ਨੇ ਜਿੱਤ ਲਿਆ, ਬੁਢਾਪੇ ਨੂੰ ਕੋਈ ਨਹੀਂ ਜਿੱਤ ਸਕਦਾ। ਇਹ ਤਾਂ ਵਾਹਿਗੁਰੂ ਜੀ ਆਪਣੇ ਨਾਲ ਲਿਜਾਣਗੇ ਜਾਂ ਜੋ ਕਰਨਗੇ, ਪਰ ਬੁਢਾਪੇ ਨੂੰ ਜਿੱਤ ਕੋਈ ਨਹੀਂ ਸਕਦਾ। ਕੋਈ ਜਵਾਨੀ ਆਖੇ ਹੁਣ ਮੈਂ ਬੁਢਾਪੇ ਨੂੰ ਖਤਮ ਕਰ ਦੇਗੀ, ਇਹ ਨਹੀਂ ਹੋ ਸਕਦਾ। ਇਸ ਕਰਕੇ ਉਹੋ ਜਿਹੇ ਐਫਰਟਸ ਵੀ ਨਹੀਂ ਕਰਨੇ ਚਾਹੀਦੇ। ਧੰਨਵਾਦ ਵੀਰ ਤੇਜਿੰਦਰ ਸਿੰਘ ਜੀ ਫॉर ਦਿਸ ਇਨਪੁਟ। ਸਿੱਖ ਇਤਿਹਾਸ ਅਗਰ ਆਪਣੀ ਸਲਾਈਡ ਤਿਆਰ ਹੈ ਤਾਂ ਉਹ ਕਰ ਲਓ, ਨਹੀਂ ਤੇ ਅਗਲੇ ਸਵਾਲ ਵੱਲ ਚੱਲੀਏ ਜੀ, ਕਿਉਂਕਿ ਸਮਾਂ ਥੋੜਾ ਰਹਿ ਗਿਆ। ਸਵਾਲ ਕਾਫੀ ਨੇ। ਮੈਂ ਅਗਲੇ ਸਵਾਲ ਵੱਲ ਚੱਲਦਾ ਜੀ। ਅਗਲਾ ਸਵਾਲ ਡਾਕਟਰ ਜਸਵੰਤ ਸਿੰਘ ਜੀ ਖਾਲਸਾ ਵੱਲੋਂ ਆਇਆ ਸੀ ਕਿ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਜੀਤ ਕੌਰ ਜੀ ਇੱਕੋ ਮਾਤਾ ਜੀ ਦੇ ਦੋ ਨਾਂ ਨੇ ਜਾਂ ਦੋ ਮਾਤਾਵਾਂ ਨੇ? ਮੈਂ ਬੇਨਤੀ ਕਰ ਰਿਹਾ ਬਈ ਇਹ ਸਵਾਲ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਆ ਦੇਖ ਲਓ, ਵੀਰ MP ਸਿੰਘ ਜੀ ਨੇ ਸਲਾਈਡ ਸਾਹਮਣੇ ਰੱਖਤੀ ਹੈ। ਨੰਨਾ ਤੇ ਚੱਚਾ ਦੀ ਗੱਲ ਚੱਲ ਰਹੀ ਸੀ। ਨਾ ਚਾ ਨਹੀਂ ਅਤੇ ਨਾ ਚ ਵਿਦਿਆ ਨਿਦਾਨ ਨਿਗਮ, ਨਾ ਚ ਗੁਣ ਗਿਆ ਨਾਮ ਕੀਰਤਨ, ਨਾ ਚ ਰਾਗ ਰਤਨ ਕੰਠੰ, ਨਾ ਚੰਚਲ ਚਤਰ ਚਾਤਰ। ਤੋ ਇਹਦੇ ਚ ਸੰਸਕ੍ਰਿਤੀ ਸ਼ਲੋਕਾਂ ਦੇ ਵਿੱਚ ਇਹ ਕਾਫੀ ਵਾਰੀ ਅੱਖਰ ਆਇਆ, ਹੋਰ ਵੀ ਕੁਝ ਤਾਂ ਤੇ ਆਉਂਦਾ। ਤੋ ਖੈਰ ਹੁਣ ਗੱਲ ਜਿਹੜੀ ਇਹ ਸਪਸ਼ਟ ਹੋ ਗਈ ਹੋਣੀ ਹੈ ਕਿ ਇਹ ਅੱਖਰ ਜਿਹੜਾ ਕਿਵੇਂ ਉਚਾਰਨ ਕਰਨਾ ਹੈ। ਇਹਨੂੰ ਨੱਚ ਉਚਾਰਨ ਨਹੀਂ ਕਰਨਾ, ਨਾ ਚ ਪਾਉ ਨਹੀਂ ਅਤੇ। ਤੋ ਧੰਨਵਾਦ ਵੀਰ MP ਸਿੰਘ ਜੀ, ਆਪ ਜੀ ਨੇ ਸਾਨੂੰ ਸਲਾਈਡ ਸ਼ੋ ਵੀ ਦਿਖਾਈ ਹੈ ਔਰ ਇਹਦਾ ਉੱਤਰ ਵੀ ਸਾਨੂੰ ਦਿੱਤਾ ਹੈ। ਮਿਹਰਬਾਨੀ। ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ, ਜਿਹੜਾ ਸਵਾਲ ਮੈਂ ਹੁਣੇ ਬੋਲਿਆ, ਔਰ ਉਹਦੇ ਲਈ ਮੈਂ ਬੇਨਤੀ ਕਰ ਰਿਹਾ ਵੀਰ ਮਨਮੋਹਨ ਸਿੰਘ ਜੀ ਨੂੰ ਕਿ ਉਹ ਕਿਰਪਾ ਕਰਕੇ ਇਹਦਾ ਸਾਨੂੰ ਥੋੜਾ ਸੰਖੇਪ ਜਿਹਾ ਉੱਤਰ ਦੇਣ। ਵੀਰ ਮਨਮੋਹਨ ਸਿੰਘ। मनमोहन सिंह जी आप अनम्यूट करो, समा दौड़ रहा है आगे। हाँ जी दसो जी। हाँ जी वीर जी, आवाज आ रही है? हाँ जी हुण आ रही है। वाहिगुरू जी का खालसा वाहिगुरू जी की फतेह। जो वीर जी ने सवाल पढ़िया है कि माता सुंदरी जी ते माता जीतो जी, माता सुंदर कौर जी ते माता जीत कौर जी कि ये दो ਵੱਖ-ਵੱਖ ਮਾਤਾਵਾਂ ਸਨ ਜਾਂ ਇੱਕ ਹੀ ਸਨ। ਮੈਂ ਬੇਨਤੀ ਕਰਦੇ ਹਾਂ ਕਿ ਇਹ ਜਿਵੇਂ ਸਵਾਲ ਹੈ, ਇਸ ਦੇ ਵਿੱਚ ਇਹ ਆਪਸ ਦੇ ਵਿੱਚ ਹੀ ਇੱਕ ਬਹੁਤ ਵੱਡਾ ਮਤਭੇਦ ਜੋ ਹੈ ਰੱਖਦਾ ਹੈ, ਕਿਉਂਕਿ ਸਾਡੇ ਕੋਲ ਜਿਤਨੇ ਪੁਰਾਤਨ ਸਰੋਤ ਨੇ, ਉਹਨਾਂ ਪੁਰਾਤਨ ਸਰੋਤਾਂ ਵਿੱਚ ਇਹਨਾਂ ਦੋਵਾਂ ਮਾਤਾਵਾਂ ਨੂੰ ਵੱਖ-ਵੱਖ ਮਾਤਾਵਾਂ ਮੰਨਿਆ ਗਿਆ ਅਤੇ ਦੋਵਾਂ ਦੇ ਜਨਮ ਸਥਾਨ, ਇਹਨਾਂ ਦੇ ਪਰਿਵਾਰ, ਇਹਨਾਂ ਦਾ ਜੋ ਸੰਸਾਰ ਛੱਡਣਾ, ਜੋਤੀ ਜੋਤ ਸਮਾਉਣਾ ਵੱਖ-ਵੱਖ ਦਰਸਾਇਆ ਗਿਆ ਹੈ। ਜਿਹਦੇ ਵਿੱਚ ਮੈਂ ਹਵਾਲਾ ਦੇ ਸਕਦਾ ਕਿ ਇਹਦੇ ਵਿੱਚ ਕੁਝ ਐਸੀਆਂ ਵੀ ਗੱਲਾਂ ਨੇ ਕਿ ਜੋ ਪੁਰਾਤਨ ਸਰੋਤ ਨੇ ਉਹ ਆਪਣੇ ਆਪ ਵਿੱਚ ਵੀ ਇਸ ਗੱਲ ਦੇ ਵਿੱਚ ਮਤਭੇਦ ਰੱਖਦੇ ਹਨ। ਜਿਵੇਂ ਕਿ ਭੱਟਵਈਆਂ ਦੇ ਸਵਰੂਪ ਸਿੰਘ ਕੋਸ਼ਿਕ ਜੋ ਨੇ, वो लिखते हैं कि सम्मत 1730 जेठ मास की संक्रांत के दिनों लवपुर की संगत में हरजन राय सुभिक्षी अपनी स्त्री और बेटी जीता को गैल लेके दर्शन पाने को आया। जेठ मास की 15 को चक नानकी में एक पहाड़ी की ठेरी, यहाँ गुरु गोबिंद का ब्याह हुआ। इसका नाम गुरु का लाहौर रखा। इन्हां दे मुताबिक 1730 सम्मत दे विच जेठ महीने दे विच ते फिर जाके हाड़ ਦੇ ਵਿੱਚ ਸ਼ਾਦੀ ਹੋਣੀ, ਜੇਠ ਮਹੀਨੇ ਦੇ ਵਿੱਚ ਉਹਨਾਂ ਦਾ ਗੁਰੂ ਦਰਬਾਰ ਵਿੱਚ ਆਉਣਾ ਤੇ ਮਾਤਾ ਜੀਤਾਂ ਜੀ ਦਾ ਜੋ ਹੈ ਉਹ ਆਨੰਦ ਕਾਰਜ ਗੁਰੂ ਗੋਬਿੰਦ ਸਿੰਘ ਜੀ ਨਾਲ ਹੋ ਰਿਹਾ ਹੈ। ਲੇਕਿਨ ਕੇਸਰ ਸਿੰਘ ਜੀ ਛਿੱਬਰ ਉਹ ਲਿਖਦੇ ਹਨ ਸੰਮਤ 1730 जब गए तब माता सुंदरी जी ब्याह कर ले ਕਿ 1730 ਵਿੱਚ ਮਾਤਾ ਸੁੰਦਰੀ ਜੀ ਦਾ ਜੋ ਹੈ ਉਹ ਆਨੰਦ ਕਾਰਜ ਗੁਰੂ ਗੋਬਿੰਦ ਸਿੰਘ ਜੀ ਨਾਲ ਹੁੰਦਾ ਹੈ। ਤੇ ਦੂਜਾ ਵਿਆਹ ਇਹ ਮਾਤਾ ਜੀਤੋ ਜੀ ਦਾ ਲਿਖਦੇ ਹਨ ਕੇਸਰ ਸਿੰਘ ਜੀ ਛਿੱਬਰ ਕੇ ਦੂਜਾ ਵਿਆਹ ਸੀ ਮਾਤਾ ਜੀਤੋ ਜੀ ਦਾ, ਜਦੋਂ ਕਿ ਭੱਟਵਈਆਂ ਜੋ ਨੇ ਉਹ 1730 ਵਿੱਚ ਮਾਤਾ ਜੋ ਹੈ ਉਹ ਜੀਤੋ ਜੀ ਦਾ ਵਿਆਹ ਲਿਖਦੇ ਨੇ ਤੇ ਕੇਸਰ ਸਿੰਘ ਜੀ ਛਿੱਬਰ ਪਹਿਲਾ ਵਿਆਹ ਲਿਖਦੇ ਨੇ ਮਾਤਾ ਸੁੰਦਰੀ ਜੀ ਦੇ ਨਾਲ। ਇਹ ਆਪਸੀ ਮਤਭੇਦ ਮੈਂ ਕੇਵਲ ਇੱਕ ਹਵਾਲਾ ਦਿੱਤਾ, ਬਹੁਤੀਆਂ ਲਿਖਤਾਂ ਦੇ ਵਿੱਚ ਪੁਰਾਣੀਆਂ ਦੇ ਵਿੱਚ ਇਹ ਆਪਸੀ ਮਤਭੇਦ ਆ ਰਿਹਾ ਹੈ। ਫਿਰ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ
ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਡਾਕਟਰ ਪਰਮਿੰਦਰ ਸਿੰਘ ਡਿਪਾਰਟਮੈਂਟ ਆਫ ਐਨਸਾਈਕਲੋਪੀਡੀਆ ਆਫ ਸਿੱਖੀਜ਼ਮ ਜੋ ਹਨ ਉਹ ਲਿਖਦੇ ਹਨ ਕਿ ਮਾਤਾ ਜੀ ਦੇ ਨਾਲ ਜੋ ਰਿਸ਼ਤਾ 1673 ਈਸਵੀ ਵਿੱਚ ਹੋਇਆ ਤੇ ਵਿਆਹ ਜੋ ਹੈ 1677 ਸੰਮਤ ਵਿੱਚ ਹੋਇਆ। ਇਸ ਤਰ੍ਹਾਂ ਦੀਆਂ ਹੋਰ ਵੀ ਜੋ ਪੁਰਾਣੀਆਂ ਲਿਖਤਾਂ ਹਨ ਉਹ ਆਪਸ ਵਿੱਚ ਹੀ ਵਿਵਾਦ ਖੜੀਆਂ ਕਰ ਦਿੰਦੀਆਂ ਹਨ ਕਿ ਮਾਤਾ ਸੁੰਦਰ ਕੌਰ ਜੀ ਦੇ ਨਾਲ ਆਨੰਦ ਕਾਰਜ ਇਸ ਸਨ ਵਿੱਚ ਹੋ ਰਿਹਾ ਜਾਂ ਮਾਤਾ ਜੀਤ ਕੌਰ ਜੀ ਨਾਲ ਹੋ ਰਿਹਾ ਜਾਂ ਮਾਤਾ ਜੀਤਾ ਜੀ ਦੇ ਜੋ ਉਹਨਾਂ ਦੇ ਮਾਤਾ ਪਿਤਾ ਦੇ ਬਾਰੇ ਚ, ਉਹਨਾਂ ਦੀ ਜੋ ਜਨਮ ਸਥਾਨ ਆ ਉਹਨਾਂ ਦੇ ਬਾਰੇ ਚ ਜਾਂ ਜੋਤ ਸਮਾਉਣ ਦੇ ਬਾਰੇ ਚ ਇਹਨਾਂ ਦੇ ਵਿੱਚ ਮਤਭੇਦ ਖੜੇ ਕੀਤੇ ਗਏ ਹਨ ਪੁਰਾਤਨ ਲਿਖਤਾਂ ਦੇ ਅੰਦਰ। ਲੇਕਿਨ ਕੁਝ ਜੋ ਨਵੀਨ ਖੋਜਕਾਰ ਨੇ ਉਹ ਇਹ ਮੰਨਦੇ ਹਨ ਕਿ ਇਹ ਦੋਵੇਂ ਮਾਤਾਵਾਂ ਇੱਕੋ ਸਨ, ਜਿਹਦੇ ਵਿੱਚ ਕਿ ਪਹਿਲਾਂ ਪਿਓਕਿਆਂ ਦਾ ਨਾਂ ਵੱਖ ਹੁੰਦਾ ਸੀ ਤੇ ਵਿਆਹ ਤੋਂ ਬਾਅਦ ਵੱਖ ਨਾਂ ਹੁੰਦਾ ਸੀ, ਇਸ ਕਰਕੇ ਵੱਖ-ਵੱਖ ਨਾਂ ਦਿੱਤੇ ਗਏ ਹਨ। ਸਿੱਖ ਮਿਸ਼ਨਰੀ ਕਾਲਜ ਦੀ ਜੋ ਕਿਤਾਬਾਂ ਨੇ ਉਹਨਾਂ ਦੇ ਵਿੱਚ ਇਹਨਾਂ ਦੋਵਾਂ ਹੀ ਮਾਤਾਵਾਂ ਨੂੰ ਇੱਕੋ ਮਾਤਾ ਮੰਨਿਆ ਗਿਆ ਹੈ ਕਿ ਇਹ ਦੋਵੇਂ ਮਾਤਾਵਾਂ ਜੋ ਨੇ ਉਹ ਵੱਖ-ਵੱਖ ਨਹੀਂ ਸਨ, ਸਗੋਂ ਇੱਕੋ ਮਾਤਾ ਜੀ ਹਨ। ਹੁਣ ਕਈ ਥਾਵਾਂ ਦੇ ਉੱਤੇ ਮੈਂ ਜਿਵੇਂ ਪਹਿਲਾਂ ਪੁਰਾਤਨ ਇਤਿਹਾਸਕ ਹਵਾਲਿਆਂ ਦੀ ਗੱਲ ਕੀਤੀ ਹੈ ਕਿ ਜਿੰਨੇ ਵੀ ਪੁਰਾਤਨ ਇਤਿਹਾਸਕ ਹਵਾਲੇ ਨੇ ਉਹ ਸਾਰੇ ਦੇ ਸਾਰੇ 1900 ਤੋਂ ਪਹਿਲਾਂ ਦੀਆਂ ਜਿਹੜੀਆਂ ਸਾਡੇ ਕੋਲ ਲਿਖਤਾਂ ਨੇ ਉਹ ਸਾਰੇ ਇਹਨਾਂ ਦੋਵਾਂ ਮਾਤਾਵਾਂ ਨੂੰ ਵੱਖ-ਵੱਖ ਮੰਨਦੇ ਹਨ। ਨਵੀਨ ਜੋ ਕੁਝ ਸਾਡੇ ਪ੍ਰਚਾਰਕ ਸੱਜਣ ਨੇ, ਲਿਖਾਰੀ ਨੇ ਜਾਂ ਜੋ ਸਿੱਖ ਮਿਸ਼ਨਰੀ ਕਾਲਜ ਦੀਆਂ ਸਾਡੀਆਂ ਆਪਣੀਆਂ ਕਿਤਾਬਾਂ ਨੇ ਉਹਨਾਂ ਦੇ ਅੰਦਰ ਇਹਨਾਂ ਦੋਵਾਂ ਮਾਤਾਵਾਂ ਨੂੰ ਇੱਕੋ ਕਰਕੇ ਮੰਨਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਵੱਖ-ਵੱਖ ਵਿਆਹ ਨਹੀਂ ਸਨ, ਇੱਕੋ ਵਿਆਹ ਸੀ। ਲੇਕਿਨ ਇਹ ਵਿਸ਼ਾ ਜੋ ਹੈ ਆਪਣੇ ਆਪ ਦੇ ਵਿੱਚ ਖੋਜ ਮੰਗਦਾ ਹੈ, ਇਹਦੇ ਵਿੱਚ ਹੋਰ ਖੋਜ ਹੋਣੀ ਚਾਹੀਦੀ ਹੈ। ਪੁਰਾਤਨ ਲਿਖਤਾਂ ਨੂੰ ਘੋਖਿਆ ਜਾਣਾ ਚਾਹੀਦਾ ਹੈ, ਚੰਗੀ ਤਰੀਕੇ ਦੇ ਨਾਲ ਘੋਖ ਕੇ ਗੁਰਮਤਿ ਦੀ ਕਸਵੱਟੀ ਦੇ ਉੱਤੇ ਜਿਹੜੀ ਗੱਲ ਜੋ ਹੈ ਬੈਠ ਸਕਦੀ ਹੈ ਉਸ ਦੇ ਉੱਤੇ ਇਹ ਖੋਜ ਮੰਗਦੀ ਹੈ। ਇਸ ਕਰਕੇ ਮੈਂ ਬੇਨਤੀ ਜ਼ਰੂਰ ਕਰਾਂਗਾ ਕਿ ਇਹ ਮਸਲਾ ਆਪਣੇ ਆਪ ਦੇ ਵਿੱਚ ਵਿਵਾਦਤ ਹੈ। ਪੁਰਾਤਨ ਲਿਖਤਾਂ ਕੁਝ ਕਹਿ ਰਹੀਆਂ ਨੇ, ਨਵੀਨ ਜੋ ਸਾਡੇ ਲਿਖਾਰੀ ਨੇ ਜਾਂ ਖੋਜਕਰਤਾ ਨੇ ਉਹ ਕੁਝ ਕਹਿ ਰਹੇ ਨੇ, ਕੁਝ ਸਾਡੇ ਉਹ ਲੋਕੀ ਜਿਨ੍ਹਾਂ ਨੂੰ ਅੱਜ ਅਸੀਂ ਸਮਝਦੇ ਹਾਂ ਭਾਈ ਉਹਨਾਂ ਦੀਆਂ ਲਿਖਤਾਂ ਸਹੀ ਨੇ ਉਹ ਵੀ ਦੋਏ ਰਾਏ ਰੱਖਦੇ ਨੇ, ਅਲੱਗ ਰਾਏ ਰੱਖਦੇ ਨੇ। ਉਹ ਕਹਿੰਦੇ ਨੇ ਭਾਈ ਜਿਹੜੇ ਤੁਸੀਂ ਇੱਕ ਵਾਲੀ ਗੱਲ ਕਰ ਰਹੇ ਹੋ ਇਹ ਗਲਤ ਗੱਲ ਹੈ, ਜੋ ਮਾਤਾਵਾਂ ਦੋ ਵੱਖ-ਵੱਖ ਸਨ। ਇਸ ਕਰਕੇ ਇਹ ਜਿੰਨੇ ਸਾਡੇ, ਮੈਂ ਫਿਰ ਬੇਨਤੀ ਕਰਦੇ ਹਾਂ ਕਿ ਜਿੰਨੀਆਂ ਸਾਡੇ ਇਸ ਵਕਤ ਤੱਕ ਸਾਡੇ ਕੋਲ ਸਰੋਤ ਨੇ, ਪੁਰਾਤਨ ਸਰੋਤ ਕੁਝ ਕਹਿ ਰਹੇ ਨੇ, ਨਵੀਨ ਖੋਜ ਕੁਝ ਕਹਿ ਰਹੀ ਹੈ, ਅਤੇ ਖਾਸ ਕਰਕੇ ਮੈਂ ਜੋ ਬੇਨਤੀ ਕੀਤੀ ਕਿ ਸਾਡੀ ਸਿੱਖ ਮਿਸ਼ਨਰੀ ਕਾਲਜ ਦੀ ਜੋ ਆਪਣੀਆਂ ਕਿਤਾਬਾਂ ਉਹਨਾਂ ਵਿੱਚ ਇਹਨਾਂ ਦੋਵਾਂ ਮਾਤਾਵਾਂ ਨੂੰ ਇੱਕੋ ਮੰਨਿਆ ਗਿਆ। ਸੋ ਇੰਨੀ ਕੋ ਮੇਰੀ ਬੇਨਤੀ ਹੈ। ਇਹਦੇ ਉੱਤੇ ਹੋਰ ਕੋਈ ਸੱਜਣ ਜੇਕਰ ਆਪਣੀ ਰਾਏ ਰੱਖਣਾ ਚਾਹਣ ਤੇ ਉਹ ਵੀ ਜੋ ਹੈ ਸਾਡੇ ਗਿਆਤ ਵਾਸਤੇ, ਸਾਡੇ ਵਾਧੇ ਵਾਸਤੇ, ਗਿਆਨ ਵਿੱਚ ਵਾਧੇ ਵਾਸਤੇ ਜ਼ਰੂਰ ਆਪਣੀ ਰਾਏ ਦੇ ਸਕਦੇ ਹਨ। ਲੇਕਿਨ ਇੱਕ ਬੇਨਤੀ ਮੈਂ ਜ਼ਰੂਰ ਕਰਾਂਗਾ ਕਿ ਮਸਲਾ ਜੋ ਹੈ ਪੂਰਨ ਤੌਰ ਦੇ ਉੱਤੇ ਹਾਲਾਂ ਇੱਕ ਕਿਸਮ ਦਾ ਵਿਵਾਦਤ ਹੀ ਹੈ, ਕਿਉਂਕਿ ਜਦੋਂ ਨਵੀਂ ਗੱਲ ਸਾਹਮਣੇ ਆ ਜਾਂਦੀ ਹੈ ਫਿਰ ਉਹਦੇ ਉੱਤੇ ਖੋਜ ਮੰਗੀ ਜਾਂਦੀ ਹੈ ਕਿ ਭਾਈ ਖੋਜ ਦਿੱਤੀ ਜਾਵੇ। ਜਿਹੜੇ ਇਹ ਖੋਜ ਕਰ ਰਹੇ ਨੇ ਕਿ ਭਾਈ ਇੱਕੋ ਸਨ, ਉਹਨਾਂ ਨੂੰ ਵੀ ਖੋਜ ਦੇ ਵਾਸਤੇ ਕੋਈ ਨਾ ਕੋਈ ਇਤਿਹਾਸਕ ਹਵਾਲੇ ਦੇਣੇ ਪੈਣਗੇ, ਤੇ ਜਿਨ੍ਹਾਂ ਨੇ ਪੁਰਾਤਨ ਜੋ ਉਹ ਲੈ ਕੇ ਚੱਲਦੇ ਨੇ ਉਹ ਵੀ ਇਤਿਹਾਸਕ ਹਵਾਲੇ ਦੇਣਗੇ। ਜਿਹਦੇ ਵਿੱਚ ਮੈਂ ਪਟਵਈਆਂ ਦੀ ਗੱਲ ਕੀਤੀ ਹੈ, ਕੇਸਰ ਸਿੰਘ ਛਿੱਬਰ ਜੀ ਦੀ ਗੱਲ ਕੀਤੀ ਹੈ, ਜਾਂ ਹੋਰ ਜੋ ਲਿਖਾਰੀ ਹਨ ਉਹਨਾਂ ਦੀ ਆਪਣੀ ਰਾਏ ਹੈ, ਨਵੀਨ ਲੋਕਾਂ ਦੀ ਆਪਣੀ ਰਾਏ ਹੈ। ਸੋ ਬੇਨਤੀ ਕਰਾਂਗਾ ਕਿ ਇਹ ਵਿਸ਼ਾ ਜੋ ਹੈ ਖੋਜ ਦਾ ਵਿਸ਼ਾ ਹੈ, ਇਹਦੇ ਉੱਤੇ ਖੋਜ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਸਾਡਾ ਇਤਿਹਾਸ ਜੋ ਹੈ ਉਸ ਨੂੰ ਹਰ ਹਾਲਤ ਦੇ ਵਿੱਚ ਅੱਜ ਸੋਧ ਮੰਗੀ ਜਾ ਰਹੀ ਹੈ ਤੇ ਸੋਧ ਹੋਣੀ ਚਾਹੀਦੀ ਹੈ। ਨਹੀਂ ਤੇ ਅਸੀਂ ਨਿੱਕੀਆਂ ਗੱਲਾਂ ਦੇ ਉੱਤੇ ਆਪਸ ਵਿੱਚ ਵੱਟ ਜਾਂਦੇ ਹਾਂ, ਇੱਕ ਪੱਖ ਖੜਾ ਹੋ ਜਾਵੇਗਾ, ਇੱਕ ਪਾਸੇ ਦੂਜਾ ਪੱਖ ਦੂਜੇ ਪਾਸੇ ਖੜਾ ਹੋ ਜਾਵੇਗਾ ਤੇ ਇੱਕ ਖਾਮਖਾ ਦੀ ਡਿਵੀਜ਼ਨ ਅਸੀਂ ਸਾਹਿਤਕ ਤੌਰ ਦੇ ਉੱਤੇ ਵੀ ਆਪਸ ਵਿੱਚ ਪਾ ਲੈਂਦੇ ਹਾਂ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰੋਗੇ। ਹੋਈ ਬਾਤ ਕਰ ਲਿਖਿਆ ਮੈਂ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸਿੰਘ ਜੀ, ਇਤਿਹਾਸ ਇੱਕ ਐਸਾ ਵਿਸ਼ਾ ਹੈ ਜਿਹਦੇ ਬਾਰੇ ਹਮੇਸ਼ਾ ਖੋਜ ਵੀ ਚੱਲਦੀ ਰਹਿੰਦੀ ਹੈ, ਖਾਸ ਕਰਕੇ ਪੁਰਾਤਨ ਇਤਿਹਾਸ, ਪਰ ਉਹਦੇ ਵਿੱਚ ਸਵੈ ਵਿਰੋਧੀ ਖਿਆਲਾਂ ਦਾ ਆਉਣਾ ਲਾਜ਼ਮੀ ਹੈ, ਚਾਹੇ ਕਿਸੇ ਦੇਸ਼ ਦਾ ਹੋਵੇ ਜਾਂ ਕਿਸੇ ਕੌਮ ਦਾ ਹੋਵੇ। ਜਿੱਥੋਂ ਤੱਕ ਇਹ ਜਿਸ ਸਵਾਲ ਦੀ ਗੱਲ ਚੱਲ ਰਹੀ ਹੈ ਸਾਧ ਸਿੰਘ ਜੀ, 17ਵੀਂ ਸਦੀ 18ਵੀਂ ਸਦੀ ਦੇ ਵਿੱਚ 18ਵੀਂ ਦਾ ਆਰੰਭ ਔਰ 17ਵੀਂ ਦਾ, ਉਸ ਵੇਲੇ ਪਹਿਲੀ ਗੱਲ ਤੇ ਹੈ ਵੀ ਛਾਪਾਖਾਨਾ ਵਗੈਰਾ ਜਾਂ ਜਿਹੜੇ ਅੱਜ ਸਾਡੇ ਕੋਲ ਸਾਧਨ ਨੇ ਉਸ ਵੇਲੇ ਨਹੀਂ ਸੀ, ਤਾਂ ਸਾਰਾ ਕੰਮ ਜਿਹੜਾ ਉਹ ਹੱਥ ਲਿਖਤ ਹੁੰਦਾ ਸੀ। ਪਰ ਦੂਸਰੀ ਜਿਹੜੀ ਇੱਕ ਹੋਰ ਸਾਡੀ ਕੌਮ ਨਾਲ ਖਾਸ ਕਰਕੇ, ਕਿਉਂਕਿ ਇਹ ਸਮਾਂ ਐਸਾ ਹੈ, ਕਲਗੀਧਰ ਪਾਤਸ਼ਾਹ ਜੀ ਦੇ ਆਪਣੀ ਜ਼ਿੰਦਗੀ, ਆਪਣੇ ਇਸ ਸੰਸਾਰ ਫੇਰੀ ਵਿੱਚ 14 ਲੜਾਈਆਂ ਔਰ ਕਈ ਇਸ ਤੋਂ ਵੀ ਜ਼ਿਆਦਾ ਦੱਸਦੇ ਨੇ, 14 ਜੰਗਾਂ ਲੜਨੀਆਂ ਪਈਆਂ ਔਰ ਸੰਸਾਰਕ ਫੇਰੀ ਸਾਰੀ ਸੀਗੀ 42 ਸਾਲ। ਔਰ ਉਸ ਤੋਂ ਬਾਅਦ ਜਿਹੜਾ 70-80 ਸਾਲ ਦਾ ਸਮਾਂ, ਉਹ ਜਿਹੜਾ ਬੜਾ ਹੀ ਭਿਆਨਕ ਸਮਾਂ ਸੀਗਾ, ਜਿਸ ਵੇਲੇ ਸਿੱਖਾਂ ਦੇ ਸਿਰਾਂ ਦਾ ਮੁੱਲ ਸੀ ਔਰ ਸਿੱਖਾਂ ਦਾ ਸ਼ਿਕਾਰ ਕੀਤਾ ਜਾਂਦਾ ਸੀ। ਤਾਂ ਉਸ ਸਮੇਂ ਵਿੱਚ ਆਪਣੇ ਇਤਿਹਾਸ ਨੂੰ ਬਣਾਉਣਾ ਜਾਂ ਸਾਂਭਣਾ ਇਹ ਬਹੁਤ ਹੀ ਮੁਸ਼ਕਲ ਕੰਮ ਸੀ, ਜਿਸ ਕਰਕੇ ਕਈ ਗੱਲਾਂ ਜਿਹੜੀਆਂ ਨੇ ਉਹ ਆ ਗਈਆਂ। ਔਰ ਕੁਝ ਐਸੇ ਵੀ ਨੇ ਜਿਹੜੇ ਵਿਰੋਧੀ ਸੱਜਣ ਨੇ, ਉਹਨਾਂ ਨੇ ਕੁਝ ਇਹੋ ਜਿਹੀਆਂ ਗੱਲਾਂ ਜਿਹੜੀਆਂ ਲਿਖ ਲਿਖਾ ਕੇ ਇਤਿਹਾਸ ਵਿੱਚ ਪਾ ਦਿੱਤੀ। ਔਰ ਉੱਥੇ ਨਹੀਂ, ਅੱਜ ਦੀ ਤਰੀਕ 'ਚ ਸਾਨੂੰ ਬੜੇ ਕੇਅਰਫੁਲ ਰਹਿਣਾ ਚਾਹੀਦਾ ਹੈ, ਕਿਉਂਕਿ ਕਈ ਲੋਕ ਐਸੇ ਨੇ ਕਿ ਸਾਡੇ ਇਤਿਹਾਸ ਨੂੰ ਵਿਗਾੜ ਕੇ ਕਈ ਤਰ੍ਹਾਂ ਹੋਰ ਤਰ੍ਹਾਂ ਕਰਾ ਕੇ ਉਹ ਕਿਤਾਬਾਂ ਵਿੱਚ ਜਾਂ ਕਿਸੇ ਨਾ ਕਿਸੇ ਸ਼ਕਲ ਵਿੱਚ ਲਿਆ ਰਹੇ ਨੇ। ਸਾਨੂੰ ਆਪਣੀ ਜਿੱਥੇ ਵਿਵੇਕ ਬੁੱਧੀ ਤੋਂ ਕੰਮ ਲੈਣਾ ਚਾਹੀਦਾ,
ਉੱਥੋਂ ਸਾਨੂੰ ਆਪਣੇ ਇਤਿਹਾਸਕ ਅਵੇਲੇਬਲ ਜਿਹੜੇ ਹਵਾਲੇ ਨੇ ਉਹ ਪਲੱਸ ਆਪਣੀ ਬਾਣੀ ਔਰ ਮਰਿਆਦਾ ਦੀ ਸੇਧ ਅਨੁਸਾਰ ਸਾਨੂੰ ਇਹ ਜਿਹੜੇ ਨੇ ਫੈਸਲੇ ਲੈਣੇ ਪੈਣਗੇ। ਤਾਂ ਵੀਰ ਜੀ ਨੇ ਵੀ ਦੱਸਿਆ ਕਿ ਇਹ ਵਿਵਾਦ ਜਿਹੜੇ ਵਿਸ਼ੇ ਵਿਵਾਦਿਤ ਨੇ ਉਹਨੂੰ ਕੋਈ ਵੀ ਪੂਰੀ ਅਥਾਰਟੀ ਨਾਲ ਨਹੀਂ ਕਹਿ ਸਕਦਾ ਵੀ ਹਾਂ ਇਹੀ ਹੈ। ਤਾਂ ਸਤਿਗੁਰੂ ਕਿਰਪਾ ਕਰਨ, ਜੋ ਖੋਜ ਹੋਏਗੀ ਸਾਡੇ ਸਾਹਮਣੇ ਆਏਗੀ। ਜੋ ਕੁਝ ਹੁਣ ਤੱਕ ਸੀ ਉਹ ਆਪ ਜੀ ਦੇ ਸਾਹਮਣੇ ਵੀਰ ਮਨਮੋਹਨ ਸਿੰਘ ਜੀ ਨੇ ਪੇਸ਼ ਕੀਤੀ ਹੈ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇੱਕ ਸਵਾਲ ਭੈਣ ਡੋਲੀ ਸਿੰਘ ਜੀ ਵੱਲੋਂ ਆਇਆ ਸੀ, ਮੈਂ ਖਿਮਾ ਮੰਗਦਾ ਵੀ ਪਿੱਛੇ ਵੀ ਪਿਛਲੇ ਹਫ਼ਤੇ ਵੀ ਨਹੀਂ ਹੋ ਸਕਿਆ। ਉਹਨਾਂ ਦਾ ਇਹ ਸੀ ਕਿ ਜਪਜੀ ਸਾਹਿਬ ਦੇ ਵਿੱਚ 2 ਸ਼ਲੋਕ ਨੇ, ਪਹਿਲਾ ਆਦਿ ਸੱਚ ਜੁਗਾਦ ਸੱਚ ਵਾਲਾ ਜੀ, ਤੇ ਇੱਕ ਜਿਹੜਾ ਐਂਡ ਤੇ ਆਉਂਦਾ ਪਵਨ ਗੁਰੂ ਪਾਣੀਪਤ। ਉਹ ਕਹਿੰਦੇ ਵੀ ਇਹ ਜਿਹੜੇ ਦੋਨੋਂ ਸ਼ਲੋਕ ਨੇ, ਇਹ ਪਹਿਲਾ ਜਿਹੜਾ ਸ਼ਲੋਕ ਹੈ ਆਦਿ ਸੱਚ ਵਾਲਾ ਇਹ ਸੁਖਮਨੀ ਸਾਹਿਬ ਵਿੱਚ ਮਿਲਦਾ, ਔਰ ਜਿਹੜਾ ਅਖੀਰਲਾ ਸ਼ਲੋਕ ਹੈ ਪਵਨ ਗੁਰੂ ਪਾਣੀਪਤ ਵਾਲਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 243 ਤੇ ਵੀ ਜਾ ਕੇ ਦੁਬਾਰਾ ਮਿਲਦਾ। ਤੇ ਉਹਨਾਂ ਵਿੱਚ ਥੋੜਾ ਫਰਕ ਹੈ। ਜਿਵੇਂ ਸ਼ਲੋਕ ਹੈ ਉਹਦੇ ਚ ਤਕਰੀਬਨ 4 ਫਰਕ ਨੇ ਜਿਹੜਾ ਪਵਨ ਗੁਰੂ ਪਾਣੀਪਤ ਵਾਲਾ, ਤੇ ਜਿਹੜਾ 243 ਪੰਨੇ ਤੇ ਹੈ ਉਹ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਇਸੇ ਤਰ੍ਹਾਂ ਜਿਹੜਾ ਪਹਿਲਾ ਸ਼ਲੋਕ ਹੈ ਉਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਹੜਾ ਸੁਖਮਨੀ ਸਾਹਿਬ ਦੇ 18ਵੀਂ ਅਸ਼ਟਪਦੀ ਦੇ ਪ੍ਰਾਰੰਭ ਵਿੱਚ ਆਉਂਦਾ। ਤੋਂ ਥੋੜਾ ਜਿਹਾ ਸਿਹਾਰੀ ਦਾ ਫਰਕ ਹੈ। ਉਹਨਾਂ ਦਾ ਮਤਲਬ ਇਹ ਸੀਗਾ, ਉਹਨਾਂ ਨੂੰ ਸਵਾਲ ਇਹ ਸੀਗਾ ਭੈਣ ਜੀ ਦਾ ਕਿ ਆਇਆ ਇਹ ਉਹੋ ਹੀ ਨੇ ਵੀ ਜਪਜੀ ਸਾਹਿਬ ਵਿੱਚ ਪਹਿਲਾ ਸ਼ਲੋਕ ਗੁਰੂ ਅਰਜਨ ਸਾਹਿਬ ਜੀ ਦਾ ਔਰ ਅਖੀਰਲਾ ਗੁਰੂ ਅੰਗਦ ਸਾਹਿਬ ਜੀ ਦਾ ਹੈ ਜਾਂ ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਨੇ? ਇਹਦੇ ਬਾਰੇ ਮੈਂ ਭੈਣ ਜੀ ਬੇਨਤੀ ਕਰਦੇ ਹਾਂ ਕਿ ਗੁਰਬਾਣੀ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਜਿਸ ਤਰ੍ਹਾਂ ਆਪਾਂ ਸਹਿਜ ਪਾਠ ਕਰਦੇ, ਸਾਨੂੰ ਕਈ ਸ਼ਬਦ ਜਾਂ ਸ਼ਲੋਕ ਮਿਲਦੇ ਨੇ ਜਿਹੜੇ ਆਪਸ 'ਚ ਬਿਲਕੁਲ ਜਾਂ ਥੋੜੇ ਬਹੁਤੇ ਫਰਕ ਨਾਲ ਮਿਲਦੇ ਹੁੰਦੇ ਨੇ। ਆਪਾਂ ਪੜ੍ਹੀਏ ਜਿਵੇਂ ਭਗਤ ਬਾਣੀ ਦੇ ਕੁਝ ਜਿਹੜੇ ਸ਼ਬਦ ਸ਼ਲੋਕ ਨੇ ਉਹ ਗੁਰੂ ਸਾਹਿਬਾਨ ਨੇ ਵਰਤੇ, ਔਰ ਡਾਕਟਰ ਸਾਹਿਬ ਸਿੰਘ ਜੀ ਆਪਣੀਆਂ ਜਿਹੜੇ ਹੈਗਾ ਉਹਨਾਂ ਦਾ ਦਰਪਣ, ਉਹ 'ਚ ਉਹਨਾਂ ਨੇ ਕਈ ਥਾਂ ਤੇ ਜ਼ਿਕਰ ਕੀਤਾ ਵੀ ਇਹਦੇ ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬਾਨ ਕੋਲ ਭਗਤ ਸਾਹਿਬਾਨ ਦੀ ਬਾਣੀ ਮੌਜੂਦ ਸੀ। ਸੋ ਮਤਲਬ ਇਹ ਹੈ ਕਿ ਇਹ ਥੋੜੇ ਬਹੁਤੇ ਫਰਕ ਨਾਲ ਹਨ, ਪਰ ਇਹ ਜਿਹੜੇ ਸ਼ਲੋਕ ਨੇ ਜਿਹੜੇ ਜਪਜੀ ਸਾਹਿਬ 'ਚ ਆਉਂਦੇ ਨੇ ਇਹ ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਹੀ ਉਚਾਰੇ ਹੋਏ ਹਨ। ਜੋ ਕਰ ਹੁਣ ਤੱਕ ਜਿਹੜੀ ਰਾਏ ਬਣਦੀ ਔਰ ਮਿਲਦੀ ਹੈ ਕਿ ਦੋਨੋਂ ਸ਼ਲੋਕ ਜਿਹੜੇ ਨੇ ਉੱਥੋਂ ਕਾਪੀ ਨਹੀਂ ਕੀਤੇ, ਇਹ ਆਪਣੇ ਗੁਰੂ ਨਾਨਕ ਸਾਹਿਬ ਜੀ ਦੇ ਉਚਾਰੇ ਨੇ। ਥੋੜਾ ਬਹੁਤਾ ਫਰਕ ਹੈ ਪਰ ਹੈ ਇਹਨਾਂ ਦੇ ਆਪਣੇ ਨੇ। ਤੋਂ ਸਾਧ ਸੰਗਤ ਜੀ, ਸਵਾਲ ਤਾਂ ਸਾਡੇ ਕੋਲ ਹੋਰ ਵੀ ਹਨ ਪਰ ਸਮਾਂ ਜਿਹੜਾ ਉਹ ਸਾਡੇ ਕੋਲ ਰਹਿ ਗਿਆ ਕੇਵਲ 7 ਮਿੰਟ। ਤੋਂ ਇਸ ਲਈ ਮੈਂ ਇੱਕ ਸਵਾਲ ਹੋਰ ਜਿਹੜਾ ਉਹ ਮੈਂ ਵੀਰ ਹਰਜੀਤ ਸਿੰਘ ਨੂੰ ਕਹਾਂਗਾ ਕਿ ਸਮਾਂ ਤੇ 7 ਮਿੰਟ ਦਾ ਹੈ ਤੇ ਕੋਸ਼ਿਸ਼ ਕਰਨ 5-6 ਮਿੰਟ ਵਿੱਚ ਉਹ ਸਵਾਲ ਜਿਹੜਾ ਉਹ ਕਰ ਲੈਣ। ਸਵਾਲ ਆਇਆ ਵੀ ਕੀ ਗਰਮ ਤੇ ਸਰਦ ਰੁਮਾਲੇ, ਭਾਵ ਅਸੀਂ ਦੇਖਦੇ ਹਾਂ ਕਿ ਸਰਦੀਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਨਾ ਜਿਵੇਂ ਕੰਬਲ ਟਾਈਪ ਜਿਹੜੇ ਨੇ ਉਹ ਰੁਮਾਲੇ ਦਿੱਤੇ ਹੁੰਦੇ ਨੇ, ਤੇ ਗਰਮੀਆਂ ਦੇ ਵਿੱਚ ਬੜੇ ਪਤਲੇ ਦਿੱਤੇ ਜਾਂਦੇ ਨੇ। ਔਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਹੁੰਦਾ ਉੱਥੇ ਸਰਦੀਆਂ ਵਿੱਚ ਹੀਟਰ, ਗਰਮੀਆਂ ਵਿੱਚ ਏਅਰ ਕੰਡੀਸ਼ਨਰਸ ਜਾਂ ਜਿਹੜੇ ਪੱਖੇ ਨੇ ਬਿਜਲੀ ਦੇ ਪੱਖੇ ਉਹ ਲਾਏ ਜਾਂਦੇ ਨੇ। ਬਈ ਆਇਆ ਇਹਨਾਂ ਦਾ ਕੋਈ ਮਹੱਤਵ ਹੈ ਜਾਂ ਨਹੀਂ ਹੈ? ਮੈਂ ਵੀਰ ਹਰਜੀਤ ਸਿੰਘ ਜੀ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਇਸ ਸਵਾਲ ਦੇ ਪ੍ਰਤੀ ਸਮਝਣ ਦੀ ਇਹ ਲੋੜ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਕੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਸ਼ਬਦਾਂ ਦਾ ਇੱਕ ਸੰਗ੍ਰਹਿ ਹੈ, ਇੱਕ ਜੋੜ ਹੈ। ਸ਼ਬਦ ਕੋਈ ਸਰੀਰ ਨਹੀਂ ਹੈ। ਜੇ ਸ਼ਬਦ ਕੋਈ ਸਰੀਰ ਨਹੀਂ ਹੈ ਤੇ ਸ਼ਬਦਾਂ ਦਾ ਸੰਗ੍ਰਹਿ ਵੀ ਕੋਈ ਸਰੀਰ ਜਾਂ ਦੇਹ ਨਹੀਂ ਹੈ। ਗਰਮੀ ਜਾਂ ਸਰਦੀ ਇਹ ਸਰੀਰ ਨੂੰ ਲੱਗਦੀ ਹੈ, ਨਾ ਕਿ ਗਿਆਨ ਨੂੰ ਲੱਗਦੀ ਹੈ। ਸ਼ਬਦ ਇੱਕ ਗਿਆਨ ਦਾ ਸਰੋਤ ਹੈ, ਗਿਆਨ ਦਾ ਰੂਪ ਹੈ। ਅਕਾਲ ਪੁਰਖ ਦੇ ਘਰ ਦੇ ਬੋਲ ਹਨ, ਅਕਾਲ ਪੁਰਖ ਦਰ ਦੇ ਬਚਨ ਹਨ ਜਿਹੜੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਗਿਆਨ ਦੇ ਰੂਪ ਵਿੱਚ ਸਾਡੇ ਅੱਗੇ ਵੰਡੇ ਹਨ। ਇਹ ਖਜ਼ਾਨਾ ਸਾਡੀ ਝੋਲੀ ਵਿੱਚ ਪਾਇਆ ਹੈ, ਕਿਉਂਕਿ ਇਹ ਕਿਸੇ ਦੇ ਨਿੱਜੀ ਬੋਲ ਨਹੀਂ, ਮੇਰੇ ਆਪਣੇ ਵਿਚਾਰ ਨਹੀਂ, ਗੁਰੂ ਸਾਹਿਬਾਨ ਦੇ ਆਪਣੇ ਵਿਚਾਰ ਨਹੀਂ। ਇਹ ਤਾਂ ਸਿੱਧਾ ਹੂੰ ਆਪੂ ਬੋਲਣਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀ ਉਹਦੀ ਗੱਲ ਕੀਤੀ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ ਦੀ ਗੱਲ ਗੁਰੂ ਸਾਹਿਬ ਜੀ ਨੇ ਕੀਤੀ ਹੈ। ਜਦੋਂ ਇਹ ਗੱਲ ਸਪਸ਼ਟ ਹੋ ਗਈ ਵੀ ਇਹ ਗੁਰੂ ਦੇ ਆਪਣੇ ਬੋਲ ਨਹੀਂ ਹੈ, ਅਕਾਲ ਪੁਰਖ ਦੇ ਦਰ ਦੇ ਬੋਲ ਹਨ, ਔਰ ਇਹ ਗਿਆਨ ਦਾ ਖਜ਼ਾਨਾ ਇੱਕ ਦੀਪਕ ਹੈ ਜੋ ਸਾਡੀ ਝੋਲੀ ਵਿੱਚ ਗੁਰੂ ਸਾਹਿਬਾਨ ਜੀ ਨੇ ਪਾਇਆ। ਔਰ ਇਹ ਜਿਹੜੀ ਜੋਤ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਅੱਗੇ ਚੱਲਦੀ ਰਹੀ, ਸ਼ਬਦਾਂ ਦਾ ਖਜ਼ਾਨਾ ਅੱਗੇ ਚੱਲਦਾ ਰਿਹਾ। ਇਸੇ ਤਰ੍ਹਾਂ 10ਵੇਂ ਪਾਤਸ਼ਾਹ ਦੇ ਕੋਲ ਇਹ ਜਿਹੜਾ ਖਜ਼ਾਨਾ ਸੀ ਉਹ ਪਹੁੰਚ ਗਿਆ।
ਪਰ ਦਸਵੇਂ ਪਾਤਸ਼ਾਹ ਜੀ ਦਾ ਜੋ ਅੰਤਮ ਸਮਾਂ ਆਉਂਦਾ ਹੈ, ਇਤਿਹਾਸ ਇਹ ਗੱਲ ਮੰਨਦਾ ਹੈ, ਇਹ ਲਿਖਿਆ ਮਿਲਦਾ ਹੈ ਕਿ ਸਤਿਗੁਰੂ ਜੀ ਨੇ ਜਦੋਂ ਉਹਨਾਂ ਦਾ ਅੰਤਮ ਸਮਾਂ ਆਇਆ ਤਾਂ ਉਹਨਾਂ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਆਪਣੀ ਜੋਤ ਸੀ ਤੇ ਜੁਗਤੀ ਜਿਹੜੀ ਸੀ ਗੁਰੂ ਪੰਥ ਅੰਦਰ ਉਹ ਟਿਕਾ ਦਿੱਤੀ। ਭਾਵ ਸਰੀਰ ਦਾ ਕੰਮ ਗੁਰੂ ਪੰਥ ਕਰੇਗਾ ਤੇ ਜਿਹੜੀ ਅਗਵਾਈ ਹੈ ਉਹ ਗੁਰੂ ਸ਼ਬਦ ਦੀ, ਗੁਰੂ ਜੋਤ ਦੀ ਹੋਵੇਗੀ। ਤੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਜੋਤ ਸਰੂਪ ਸਤਿਗੁਰੂ ਹਨ ਔਰ ਗੁਰੂ ਪੰਥ ਸਾਡੇ ਕੋਲ ਸਰੀਰ ਰੂਪੀ ਸਤਿਗੁਰੂ, ਗੁਰੂ ਦਾ ਦਰਜਾ ਰੱਖਦਾ ਹੈ। ਅਸੀਂ ਉਹਨੂੰ ਸਤਿਗੁਰੂ ਨਹੀਂ ਕਹਿ ਸਕਦੇ, ਗੁਰੂ ਦਾ ਦਰਜਾ ਰੱਖਦਾ ਕਿਉਂਕਿ ਗੁਰੂ ਸਾਹਿਬ ਜੀ ਨੇ ਇਹ ਗੱਲ ਸਾਨੂੰ ਕਹੀ ਹੈ। ਉਸ ਤੋਂ ਬਾਅਦ ਭੁਲੇਖੇ ਕਦੋਂ ਸ਼ੁਰੂ ਹੋਏ ਕਿ ਗੁਰੂ ਗ੍ਰੰਥ ਸਾਹਿਬ ਜੀ ਜੋਤ ਹਨ ਜਾਂ ਦੇਹ ਹੈ? ਇਹ ਜਿਹੜਾ ਪਿਛਲੀ ਵਾਰੀ ਅਸੀਂ ਸਵਾਲ ਕੀਤਾ ਸੀ ਵੀ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਵਾਲਾ ਦੋਹਰਾ, ਦੋ ਦੋਹਰੇ ਸਾਡੇ ਕੋਲ ਮਿਲਦੇ ਨੇ ਜੋ ਪਿਛਲੀ ਵਾਰੀ ਅਸੀਂ ਵਿਚਾਰ ਕੀਤੀ ਕਿ ਗਿਆਨੀ ਗਿਆਨ ਸਿੰਘ ਦਾ ਲਿਖਿਆ ਹੋਇਆ ਜਿਹੜਾ ਦੋਹਰਾ ਹੈ ਉਹਦੇ 'ਚ ਲਫ਼ਜ਼ ਆਉਂਦਾ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੀ, ਜਦਕਿ ਭਾਈ ਪ੍ਰਹਲਾਦ ਸਿੰਘ ਦਾ ਜਿਹੜਾ ਦੋਹਰਾ ਆਉਂਦਾ ਹੈ ਉਹਦੇ ਵਿੱਚ ਗੁਰੂ ਪੰਥ ਖਾਲਸਾ ਜਾਂ ਗੁਰੂ ਪੰਥ ਖਾਲਸਾ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਵਾਲੀ ਗੱਲ ਉਹ 'ਚ ਲਿਖੀ ਹੋਈ ਮਿਲਦੀ ਹੈ। ਤਾਂ ਕਿਉਂਕਿ ਆਪੋ ਵਿੱਚ ਹੀ ਦੋਹਰਿਆਂ ਦਾ ਮੇਲ ਨਹੀਂ ਖਾਂਦਾ ਤੇ ਚਲੋ ਇਹ ਦੋਹਰਾ ਕਿਸੇ ਰਹਿਤ ਮਰਿਆਦਾ 'ਚ ਵੀ ਦਰਜ ਨਹੀਂ ਕੀਤਾ ਗਿਆ ਜਾਂ ਇਹਨੂੰ ਪੜ੍ਹਨ ਦੀ ਹਦਾਇਤ ਵੀ ਨਹੀਂ ਕੀਤੀ ਗਈ ਵੀ ਅਸੀਂ ਇਹਨੂੰ ਪੜ੍ਹਨਾ ਜ਼ਰੂਰ ਹੈ ਜਾਂ ਨਹੀਂ ਪੜ੍ਹਨਾ, ਇਹ ਕਿਤੇ ਹਦਾਇਤ ਨਹੀਂ ਕੀਤੀ ਗਈ। ਲੇਕਿਨ ਫਿਰ ਵੀ ਕਿਉਂਕਿ ਇੱਕ ਰਿਵਾਇਤ ਬਣ ਗਈ ਸਾਡਾ ਅਰਦਾਸ ਤੋਂ ਬਾਅਦ ਦੋਹਰਾ ਪੜ੍ਹਨ ਦੀ, ਉੱਥੋਂ ਅਸੀਂ ਇਹ ਭੁਲੇਖਾ ਖਾ ਗਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਦੇਹ ਸਰੂਪ ਹਨ। ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਇੱਕ ਅਨਮੋਲ ਖਜ਼ਾਨਾ ਹੈ, ਇਹ ਗਿਆਨ ਦਾ ਭੰਡਾਰ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਦੇਹ ਸਰੂਪ ਸਤਿਗੁਰੂ ਨਹੀਂ ਹਨ। ਦੇਹ ਸਰੂਪ ਜਿਹੜਾ ਹੈ ਉਹ ਖਾਲਸਾ ਪੰਥ ਨੂੰ ਗੁਰੂ ਪਾਤਸ਼ਾਹ ਜੀ ਨੇ ਅਗਵਾਈ ਜਿਹੜੀ ਸੀ ਉਹ ਬਖਸ਼ਿਸ਼ ਕੀਤੀ ਹੈ। ਜੋਤ ਤੋਂ ਸੇਧ ਲੈ ਕੇ ਗਰਮੀ ਜਾਂ ਸਰਦੀ, ਦੁੱਖ ਜਾਂ ਸੁੱਖ, ਭੁੱਖ ਜਾਂ ਹੋਰ ਕਿਰਿਆਵਾਂ ਸਰੀਰ ਦੀਆਂ ਸਰੀਰ ਨਾਲ ਸੰਬੰਧ ਰੱਖਦੀਆਂ ਹਨ, ਜੋਤ ਨਾਲ ਸੰਬੰਧ ਨਹੀਂ ਰੱਖਦੀਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਲਈ ਸਿੱਖ ਰਹਿਤ ਮਰਿਆਦਾ ਵਿੱਚ ਇਹ ਗੱਲ ਦਰਜ ਕੀਤੀ ਗਈ ਹੈ। ਜੋਗ ਮੰਜੀ ਜਿਹਨੂੰ ਪੀੜਾ ਅਸੀਂ ਕਹਿੰਦੇ ਆ, ਉੱਥੇ ਮੰਜੀ ਲਿਖਿਆ ਹੈ, ਉੱਥੇ ਲਫ਼ਜ਼ ਮੰਜੀ ਲਿਖਿਆ ਹੋਇਆ, ਪੀੜਾ ਨਹੀਂ ਲਿਖਿਆ, ਪਾਲਕੀ ਨਹੀਂ ਲਿਖਿਆ ਜਾਂ ਪੀੜਾ ਵੀ ਨਹੀਂ ਲਿਖਿਆ, ਉੱਥੇ ਲਫ਼ਜ਼ ਮੰਜੀ ਲਿਖਿਆ ਹੋਇਆ। ਤੇ ਉੱਥੇ ਇੱਕ ਚਾਨਣੀ, ਰੁਮਾਲਾ, ਚੌਰ ਸਾਹਿਬ ਇਹ ਚੀਜ਼ਾਂ ਚਾਹੀਦੀਆਂ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੱਥੇ ਪ੍ਰਕਾਸ਼ ਕਰਨਾ ਹੈ। ਤਾਂ ਕਿਤੇ ਵੀ ਸਾਨੂੰ ਹਦਾਇਤ ਨਹੀਂ ਕੀਤੀ ਵੀ ਅਸੀਂ ਕਿਹੜਾ ਰੁਮਾਲਾ ਗਰਮ ਪਾਉਣਾ, ਸਰਦ ਪਾਉਣਾ, ਕੰਬਲ ਦੇਣੇ ਹਨ ਜਾਂ ਨਹੀਂ ਦੇਣੇ, ਰਜਾਈਆਂ ਦੇਣੀਆਂ ਹਨ ਜਾਂ ਨਹੀਂ ਦੇਣੀਆਂ। ਇਹ ਸਿੱਖ ਰਹਿਤ ਮਰਿਆਦਾ 'ਚ ਜਾਂ ਏਸੀ ਲਾਉਣਾ ਜਾਂ ਨਹੀਂ ਲਾਉਣਾ, ਮੈਂ ਬੇਨਤੀ ਕਰਾਂ ਸਾਰੀਆਂ ਲੋੜਾਂ ਸਰੀਰ ਦੀਆਂ ਹਨ, ਇਹ ਕਿਸੇ ਜੋਤ ਦੀਆਂ ਲੋੜਾਂ ਨਹੀਂ ਹਨ। ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਤਿਕਾਰ ਕੀ ਹੈ? ਉਹਨਾਂ ਦੇ ਹੁਕਮਾਂ ਨੂੰ ਪੜ੍ਹਨਾ, ਵਿਚਾਰਨਾ ਤੇ ਆਪਣੇ ਜੀਵਨ ਵਿੱਚ ਪੂਰੀ ਤਰ੍ਹਾਂ ਉਹਨਾਂ ਨੂੰ ਲਾਗੂ ਕਰਨਾ, ਅਸਲ ਵਿੱਚ ਇਹ ਸਤਿਕਾਰ ਹੈ। ਦੋ ਤਰ੍ਹਾਂ ਦੇ ਸਤਿਕਾਰ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ, ਇੱਕ ਹੈ ਬਾਹਰਮੁਖੀ ਸਤਿਕਾਰ, ਇੱਕ ਹੈ ਸਾਡਾ ਅੰਤਰਮੁਖੀ ਸਤਿਕਾਰ। ਬਾਹਰਮੁਖੀ ਸਤਿਕਾਰ ਅਸੀਂ ਬਹੁਤ ਕਰਦੇ ਹਾਂ, ਉਸੇ ਭੁਲੇਖੇ ਵਿੱਚ ਅਸੀਂ ਗਰਮ ਰੁਮਾਲੇ, ਗਰਮ ਕੰਬਲ, ਗਰਮ ਰਜਾਈਆਂ ਜਾਂ ਹੋਰ ਚੀਜ਼ਾਂ ਅਸੀਂ ਦਿੰਦੇ ਹਾਂ ਤੇ ਇਹ ਸਾਡਾ ਬਾਹਰਮੁਖੀ ਸਤਿਕਾਰ ਦੇ ਵਿੱਚ ਅਸੀਂ ਇਹਨੂੰ ਇਨਕਲੂਡ ਕਰ ਲਿਆ। ਜਦ ਕਿ ਕਹਾਣੀ ਸਾਰੀ ਸੀ ਉਹ ਜਿਹੜਾ ਅੰਦਰਲਾ ਸਤਿਕਾਰ ਸੀ ਉਹ ਅਸੀਂ ਆਪਣੇ ਵਿੱਚੋਂ ਘਟਾ ਦਿੱਤਾ, ਉਹ ਛੱਡ ਦਿੱਤਾ। ਉਹ ਅੰਤਰਮੁਖੀ ਸਤਿਕਾਰ ਸੀ, ਸ਼ਬਦ ਦੇ ਨਾਲ ਜੁੜਨਾ, ਸ਼ਬਦ ਨੂੰ ਵਿਚਾਰਨਾ। ਇਹੋ ਹੀ ਗੱਲ ਹੈ ਵੀ ਸਾਨੂੰ ਅਜੇ ਤੱਕ ਇੱਕ ਓਂਕਾਰ ਦੀ ਸਮਝ ਵੀ ਨਹੀਂ ਆ ਸਕੀ। ਬਹੁਤ ਸਾਰੀ ਸਾਡੇ ਸਿੱਖ ਵੀਰ ਭੈਣਾਂ ਜਿਹੜੇ ਹਨ ਇੱਕ ਓਂਕਾਰ ਨੂੰ ਛੱਡ ਕੇ ਦੇਹਧਾਰੀ ਪਖੰਡੀਆਂ, ਦੰਭੀਆਂ, ਦੇਹਾਂ ਕਬਰਾਂ, ਮੜੀਆਂ, ਮਟੀਆਂ, ਕੋਈ ਇਹਨਾਂ ਦੇੜਿਆਂ ਤੇ ਕਿਉਂ ਚਲੇ ਗਏ? ਕਿਉਂਕਿ ਅਸੀਂ ਇੱਕ ਓਂਕਾਰ ਵਾਲੇ ਲਫ਼ਜ਼ ਨੂੰ ਅਜੇ ਤੱਕ ਨਹੀਂ ਸਮਝਿਆ। ਜੇ ਅਸੀਂ ਉਹੀ ਸਤਿਕਾਰ ਨਹੀਂ ਕੀਤਾ ਫਿਰ ਬਾਹਰਲਾ ਸਤਿਕਾਰ ਜਿਹੜਾ ਹੈ ਉਹਨੂੰ ਜੋ ਮਰਜ਼ੀ ਕਰੀ ਚੱਲੀਏ। ਦੂਜਾ ਗੱਲ ਹੈ ਕਿ ਸਿੱਖ ਧਰਮ ਜਿਹੜਾ ਹੈ ਇਹ ਗਿਆਨ ਅਤੇ ਸ਼ਰਧਾ ਦਾ ਸੁਮੇਲ ਹੈ। ਇਹਦੇ ਜਿਹੜੀ ਇਕੱਲੀ ਸ਼ਰਧਾ ਹੁੰਦੀ ਹੈ ਹਮੇਸ਼ਾ ਕਰਮ ਕਾਂਡ ਨੂੰ ਜਨਮ ਦਿੰਦੀ ਹੈ, ਔਰ ਜਿਹੜਾ ਇਕੱਲਾ ਗਿਆਨ ਹੈ ਉਹ ਹਮੇਸ਼ਾ ਹੰਕਾਰ ਨੂੰ ਜਨਮ ਦਿੰਦਾ ਹੈ। ਗੁਰੂ ਸਾਹਿਬ ਜਾਨ ਨੇ ਸਾਨੂੰ ਜਿੱਥੇ ਸ਼ਰਧਾ ਦੀ ਗੱਲ ਕੀਤੀ ਉੱਥੇ ਗਿਆਨ ਦੀ ਗੱਲ ਵੀ ਸਾਨੂੰ ਸਮਝਾਈ ਹੈ। ਤੇ ਗਿਆਨ ਤੇ ਸ਼ਰਧਾ ਦਾ ਸੁਮੇਲ ਜਿਹੜਾ ਸਿੱਖ ਜਗਤ, ਸਿੱਖ ਧਰਮ ਹੈ, ਤਾਂ ਗਿਆਨ ਨੂੰ ਲੈ ਕੇ, ਗਿਆਨ ਗੁਰੂ ਸ਼ਬਦ ਤੋਂ ਲੈ ਕੇ ਅਸੀਂ ਗੁਰੂ ਪ੍ਰਤੀ ਉਹਦੇ ਹੁਕਮਾਂ ਨੂੰ ਮੰਨਣ ਦੀ ਸ਼ਰਧਾ ਤੇ ਭਾਵਨਾ ਹੀ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਹੈ। ਇਸ ਵਾਸਤੇ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਦੇਹ ਸਰੂਪ ਨਹੀਂ, ਜੋਤ ਸਰੂਪ ਸਤਿਗੁਰੂ ਹਨ ਤੇ ਗੁਰੂ ਪੰਥ ਸਾਡੀ ਅਗਵਾਈ ਜਿਹੜਾ ਸਰੀਰ ਰੂਪ ਵਿੱਚ ਕਰਦਾ ਹੈ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ। ਜੇ ਇਹ ਹੋਏਗੀ ਫਿਰ ਰੋਟੀ ਵੀ ਖਵਾਉਣੀ ਪਏਗੀ, ਫਿਰ ਉਹਨਾਂ ਨੂੰ ਹੋਰ ਕਿਰਿਆਵਾਂ ਵੀ ਕਰਾਉਣੀਆਂ ਪੈਣਗੀਆਂ ਜਿਹੜੀਆਂ ਬਹੁਤ ਸਾਰੇ ਪਖੰਡੀਆਂ ਨੇ ਪਿੱਛੇ ਕੀਤੀਆਂ ਵੀ ਗੁਰੂ ਸਾਹਿਬ ਨੂੰ ਸੈਰ ਕਰਨ ਲਿਜਾਣਾ ਹੈ, ਇਸ ਲਈ ਸੈਰ ਦਾ ਟਾਈਮ ਹੋ ਗਿਆ, ਉਹਨੂੰ ਸਿਰ ਤੇ ਚੁੱਕ ਕੇ ਸੈਰ ਕਰਾ ਲਈਏ, ਫਿਰ ਤਾਂ ਇਸ਼ਨਾਨ ਕਰਾਉਣ ਤੱਕ ਵੀ ਗੱਲ ਚਲੀ ਜਾਏਗੀ। ਇਹੋ ਜਿਹੀਆਂ ਗੱਲਾਂ ਵੀ ਅਸੀਂ ਕਰਾਂਗੇ ਜਿਹੜੀਆਂ ਸਾਡੇ
ਇਹ ਸਿਧਾਂਤਾਂ ਦੇ ਮੁਤਾਬਕ ਵੀ ਫਿੱਟ ਨਹੀਂ ਆਉਂਦੀਆਂ। ਹਾਂ, ਗੁਰੂ ਸਾਹਿਬ ਦਾ ਸਤਿਕਾਰ ਕਰਨਾ, ਵਧੀਆ ਰੁਮਾਲੇ ਦੇਣੇ, ਕੋਈ ਇਹਦੇ 'ਚ ਮਨਾਹੀ ਨਹੀਂ ਹੈ। ਅਸੀਂ ਗੁਰੂ ਸਾਹਿਬ ਜੀ ਨੂੰ ਚੰਗਾ ਰੁਮਾਲਾ ਦੇਈਏ, ਚੰਗੀ ਪੁਸ਼ਾਕਾਂ, ਜਿਹੜੀਆਂ ਅੰਦਰਲੇ ਕੱਪੜੇ ਹਨ, ਕਈ ਵਾਰੀ ਉਹਦਾ ਰੁਮਾਲਾ ਬੜਾ ਚਮਕਦਾ ਪਾਇਆ ਹੁੰਦਾ, ਵਧੀਆ ਕੀਮਤੀ ਪਾਇਆ ਹੁੰਦਾ, ਪਰ ਅੰਦਰ ਜਿਹੜਾ ਹੈ ਉਹ ਉਹਦੇ ਜਿਹੜੇ ਚਿੱਟੀਆਂ ਚਾਦਰਾਂ ਸਾਰੀਆਂ ਗੰਦੀਆਂ ਹੋਈਆਂ ਹੁੰਦੀਆਂ ਨੇ। ਇਹ ਵੀ ਇੱਕ ਸਾਡਾ ਸਤਿਕਾਰ ਦੀ ਕਮੀ ਹੈ। ਸਾਨੂੰ ਬਾਹਰ ਮੁਖੀ ਸਤਿਕਾਰ, ਇਹ ਅੰਦਰਲਾ ਸਤਿਕਾਰ ਵੀ, ਉਹ ਚਾਦਰਾਂ ਜਿਹੜੀਆਂ ਚਿੱਟੀਆਂ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਸਾਫ਼ ਸੁਥਰਾ ਰੱਖ ਕੇ, ਜੋ ਸਥਾਨ ਵੀ ਸਾਫ਼ ਸੁਥਰਾ ਹੋਣਾ ਚਾਹੀਦਾ ਹੈ, ਜਗ੍ਹਾ ਵੀ ਸਾਫ਼ ਸੁਥਰੀਆਂ ਹੋਣੀਆਂ ਚਾਹੀਦੀਆਂ ਨੇ, ਔਰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਜਿਹੜਾ ਹੈ ਸਾਨੂੰ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਗਿਆਨ ਤੇ ਸ਼ਰਧਾ ਦੋਨਾਂ ਦਾ ਸੁਮੇਲ ਚਾਹੀਦਾ। ਬੜਾ ਸਪਸ਼ਟ ਵੀਰ ਜੀ ਨੇ ਦੱਸਿਆ, ਜਿਸ ਤਰ੍ਹਾਂ ਸਰੀਰ ਤੇ ਆਤਮਾ, ਇਸੇ ਤਰ੍ਹਾਂ ਗਿਆਨ ਤੇ ਸ਼ਰਧਾ ਦੋਨੋਂ। ਕੱਲੀ ਸ਼ਰਧਾ ਨਾਲ ਗੱਲ ਨਹੀਂ ਬਣਨੀ ਤੇ ਕੱਲੇ ਗਿਆਨ ਨਾਲ ਗੱਲ ਨਹੀਂ ਬਣਨਾ। ਤੋ ਸਮਾਂ ਹੋ ਗਿਆ, ਵੀਰ ਜੀ ਨੇ ਬੜਾ ਸਪਸ਼ਟ ਕਰ ਦਿੱਤਾ। ਤੋ ਸਾਨੂੰ ਅਸਲ ਗੱਲ ਤੇ ਹੈ, ਅਸਲ ਸਤਿਕਾਰ ਤੇ ਇਹੀ ਹੈ ਵੀ ਅਸੀਂ ਗੁਰੂ ਸਾਹਿਬ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਢਾਲੀਏ। ਜੇ ਆਪਾਂ ਸਿੱਖਿਆ ਤੇ ਚੱਲਦੇ ਨਹੀਂ ਤਾਂ ਸਤਿਕਾਰ ਜਿੰਨਾ ਮਰਜ਼ੀ ਕਰ ਲਈਏ, ਬਾਹਰੀ ਸਤਿਕਾਰ ਦਾ ਬਹੁਤਾ ਲਾਭ ਨਹੀਂ ਹੋਏਗਾ। ਲਾਭ ਤਾਂ ਹੈ ਜਿਸ ਵੇਲੇ ਅਸੀਂ ਗੁਰੂ ਦੀ ਸਿੱਖਿਆ ਅਨੁਸਾਰ ਚੱਲਾਂਗੇ। ਡਾਕਟਰ ਜਗਜੀਤ ਸਿੰਘ ਜੀ ਦਾ ਹੈਂਡ ਰੇਜ਼ ਹੋਇਆ, ਦੱਸ ਦਿਨ ਜੀ ਕਿਹੜਾ ਕੋਈ ਪਹਿਲਾਂ ਇਹਦੀ ਸਮਾਪਤੀ ਕਰ ਲਓ, ਬਾਅਦ 'ਚ ਕੁਐਸਚਨ ਲਾਓ। ਆਲਰੇਡੀ 1 ਮਿੰਟ ਉੱਪਰ 2 ਮਿੰਟ ਉੱਪਰ ਹੋ ਗਏ ਨੇ, ਆਪਸ ਵਿੱਚ ਖਿਮਾ ਮੰਗਦਾ। ਤੋ ਅੱਜ ਦੀ ਇਸ ਜੋ ਸਵਾਲ ਜਵਾਬ ਦੀ ਕਾਰਵਾਈ ਸੀ, ਇਹਦੇ ਵਿੱਚ ਕਈ ਤਰ੍ਹਾਂ ਦੀਆਂ ਤਰੁੱਟੀਆਂ ਰਹਿ ਗਈਆਂ, ਉਹਦੇ ਲਈ ਆਪਸ ਵਿੱਚ ਖਿਮਾ ਮੰਗਦਾ। ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਵੀ ਜਿੱਥੇ ਆਪ ਜੀ ਆਪ ਨਿਰਪ੍ਰਤ ਜੁੜਦੇ ਹੋ, ਹੋਰ ਸੰਗਤ ਨੂੰ ਇਹਦੇ ਨਾਲ ਜੋੜੋ, ਕਿਉਂਕਿ ਇਹ ਸਾਨੂੰ ਮਹਾਰਾਜ ਨੇ ਹੁਕਮ ਕੀਤਾ ਕਿ ਹਰੇਕ ਸਿੱਖ ਜਿਹੜਾ ਪ੍ਰਚਾਰਕ ਆਪ ਜਪੈ ਅਵਰਾ ਨਾਮ ਜਪਾ। ਸੋ ਇਸ ਕਰਕੇ ਬਾਕੀਆਂ ਨੂੰ ਜੋੜੋ, ਔਰ ਜਿਹੜੇ ਸਿੱਖ ਮਿਸ਼ਨਰੀ ਕਾਲਜ ਦੇ ਬਾਕੀ ਪ੍ਰੋਜੈਕਟਸ ਨੇ, ਗਾਏ ਬਗਾਏ ਆਪ ਨੂੰ ਬੇਨਤੀ ਕਰੀਦੀ ਹੈ ਕਿ ਸਿੱਖ ਫੁਲਵਾੜੀ ਮੈਗਜ਼ੀਨ ਹੈ ਔਰ 2 ਸਾਲਾ ਪੱਤਰ ਵਿਹਾਰ ਕੋਰਸ ਹੈ, ਉਹਦੇ ਬਾਰੇ ਵੀ ਆਪ ਸਾਰੇ ਧਿਆਨ ਦਿਓ ਤੇ ਉਹਨਾਂ ਲਈ ਜਿੱਥੇ ਆਪਾਂ ਆਪ ਕਰਨਾ ਹੈ ਉੱਥੇ ਹੋਰ ਬਾਕੀ ਸੰਗਤਾਂ ਨੂੰ ਵੀ ਪ੍ਰੇਰਨਾ ਕਰਨੀ। ਤੋ ਸੰਗਤ ਦਾ ਬਹੁਤ ਉਤਸ਼ਾਹ ਹੈ ਜੀ, ਜਿਸ ਕਰਕੇ ਸਾਡੇ ਕੋਲ ਸਵਾਲ ਜਿਹੜੇ ਨੇ ਨਾਲੋਂ ਨਾਲ ਆਉਂਦੇ ਰਹਿੰਦੇ ਨੇ। ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਉਹਨਾਂ ਦਾ ਜੋ ਵੀ ਠੀਕ ਤੋਂ ਠੀਕ ਲੱਭ ਸਕੇ ਜਵਾਬ ਆਪ ਜੀ ਸਾਹਮਣੇ ਲਿਆਂਦੇ ਆ। ਤੋ ਇਸੇ ਤਰ੍ਹਾਂ ਸਤਿਗੁਰੂ ਕਿਰਪਾ ਕਰੇ, ਇਹ ਸਿਲਸਿਲਾ ਜਿਹੜਾ ਚੱਲਦਾ ਰਹੇ, ਜਿਹਦੇ ਨਾਲ ਸਾਡਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੋ ਜਾਏ ਜੀ। ਤੋ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।